ਤੇ ਉੱਥੇ ਅਸੀਂ ਬੈਠੇ ਹਾਂ ਤੇ ਜਦੋਂ ਮੇਰਾ ਮਾਤਾ ਰੋਟੀ ਲੈ ਕੇ ਆ ਗਿਆ। ਚਲੋ ਜੀ ਪਿੰਡ ਨੂੰ, ਚਲੋ ਜੀ ਪਿੰਡ ਨੂੰ। ਮੈਂ ਮਤਲਬ ਕੁਝ ਨਹੀਂ ਹੋਇਆ, ਕੁਛ ਨਹੀਂ ਹੋਇਆ। ਚਲੋ ਤੋਂ ਡੰਗਰ ਤੋੜ ਲਏ। ਇਸ ਪਾਸੋਂ ਦਾ 3 ਮੁੰਡੇ ਭੱਜੇ ਆਉਣ। ਮੈਂ ਪੁੱਛਿਆ ਕੀ ਹੋਇਆ ਭੱਜੇ ਆਉਂਦੇ ਹੋ? ਕਹਿੰਦਾ ਸਾਡਾ ਪਿੰਡ ਤਬਾਹ ਕਰਤਾ, ਅੱਗ ਲੱਗੀ ਆ। ਜਦ ਕਹਿੰਦਾ ਮੈਂ ਧਿਆਨ ਮਾਰਿਆ, ਧੂੰਆਂ ਨਿਕਲਿਆ। ਕਿਹੜਾ ਪਿੰਡ ਸੀ ਉਹ? ਦੌਲੂ ਮਾਜਰਾ। ਦੌਲੂ ਮਾਜਰਾ। ਮੈਂ ਉਹਦੇ ਕੋਲ ਗਿਆ, ਵੀ ਪਿਆਰ ਦਿੱਤਾ ਗੁਜ਼ਰੀ ਦਾ, ਤੇਰੀ ਮਾਂ ਤੇ ਉਹ ਭੈਣ ਭਰਾ ਕਿੱਥੇ ਨੇ? ਅੱਛਾ। ਮੈਂ ਆਹ ਗੱਲਬਾਤ ਹੋਈ ਆ, ਕੋਈ ਪਤਾ ਨਹੀਂ ਮਰ ਗਏ ਕਿ ਹੈਗੇ ਨੇ, ਮੈਨੂੰ ਕੋਈ ਪਤਾ ਨਹੀਂ। ਹੁਣ ਤੂੰ ਕਿਹਦੇ ਨਾਲ ਆ? ਮੈਂ ਅਕਬਰ ਨਾਲ। ਕਹਿੰਦਾ ਜੇ ਤੈਨੂੰ ਉਹ ਵੀ ਛੱਡ ਗਿਆ ਤੂੰ ਇੱਥੇ ਆ ਜਾਈਂ, ਮੈਂ ਇੱਥੇ ਬੈਠਾ ਹੁੰਦਾ। ਅੱਛਾ। ਤੇਰੇ ਭੈਣ ਭਰਾ ਜਾਂਦੇ ਨੇ ਬਾਹਰੋਂ ਖਾਣਾ ਦਾਣਾ ਲੈ ਆਉਂਦੇ ਨੇ, ਤੇ ਮੈਂ ਟੱਠੀ ਫਸਾ ਕੇ ਉੱਥੇ ਕਰਦਾ ਜਾਂਦੇ ਨਹੀਂ, ਮੈਂ ਇੱਥੇ ਬਹਿਣਾ। ਮੈਂ ਚਲੋ ਤਾਇਆ ਮੈਂ ਇੱਥੇ ਆ ਜਾਊਂਗਾ, ਅਗਰ ਤੈਨੂੰ ਉਹਨੇ ਛੱਡ ਜਾਣਾ। ਉਹ ਜਦ ਮੈਂ ਮੁੜ ਕੇ ਫਿਰ ਉਹਦੇ ਕੋਲ ਹੋ ਕੇ ਗਿਆ ਨਾ, ਉੱਥੇ ਬਾਕੀ ਉਹ ਪਤਾ ਨਹੀਂ ਕਿੱਧਰੋਂ ਚੱਕ ਕੇ ਬੈਗ ਬੋਗ ਭੱਜ ਗਏ। ਅੱਛਾ। ਫਿਰ ਉਹਨਾਂ ਨੇ ਚੋਰੀ ਉਹਦਾ ਬਹਾਨਾ ਲੈ ਕੇ ਮਨਾਇਆ। ਹਾਂਜੀ ਕਾਰੀਗਰ ਜਾਂਦੀਆਂ ਤੁਰੂਗੀ, ਉਹ ਚੋਰ ਕਹਿੰਦੇ ਕੋਈ ਬਰਸਾਤੀ ਨਾਲਾ ਤਾ, ਉਹਦੇ ਦੁਆਲੇ ਅਨ ਬੇਲਾ ਉਹਦੇ ਪਿੱਛੇ ਥੋੜ੍ਹੀ ਡੱਕ ਦੇ। ਅੱਛਾ। ਕੋਈ ਘੰਟੇ 2 ਬਾਅਦ ਮੈਂ ਕੋਠੇ 'ਤੇ ਪਿਆ, ਰਾਤ ਦੇ 11 ਵਜੇ ਠੀਕ ਤੜ ਹੋਈ। ਅੱਲਾ ਜਾਣੇ ਫਿਰ ਕੀ ਹਾਲ ਹੈ, ਭੱਜਣ ਡੱਟ ਕੇ ਬੰਦੇ ਬਚੇ, ਬੱਚੋਂ ਕੁਛ ਲੁਕਦੇ ਛਿਪਦੇ ਇੱਧਰ ਆ ਗਏ ਸ਼ਹਿਰ ਨੂੰ। ਤੇ ਮੈਨੂੰ ਪਤਾ ਲੱਗਿਆ ਕਿ ਸ਼ਹਿਰ ਇੱਥੇ ਬੰਦੇ ਬੜੇ ਚੁੱਕੇ ਆਏ ਨੇ। ਅੱਛਾ। ਕੁੜੀਆਂ ਤੇ ਮੁੰਡੇ। ਤੇ ਉਹਦੇ ਤੇ ਜਿਹੜਾ ਤੇਰੀਆਂ ਦਾ ਮੁੰਡਾ ਉਹਦੇ ਪਿੱਛੇ ਡੱਗੀ ਲਾਈ ਸੀ, ਪਤਾ ਨਹੀਂ ਟੀਕੇ ਦੇ ਵਿੱਚ ਭਰਿਆ ਸੀ, ਅੱਧਾ ਹਜੇ 40 ਰੁਪਏ ਹੁੰਦੇ ਸੀ ਉਦੋਂ। ਉਹਨੇ ਵੀ ਗਿੱਟੇ ਜੀ ਖੋਲ ਕੇ ਤੇ ਉਹ ਮਾਰੀ ਚਾਕੇ ਤੇ ਉਹ ਵੀ ਭੱਜ ਗਿਆ। ਅੱਛਾ। ਮੈਂ ਵੀ ਇਸ ਪਾਸੇ ਨੂੰ ਭੱਜ ਗਿਆ ਕਮਾਦਾ ਜੀ ਨੂੰ। ਅਗਾ ਮੈਂ ਗਿਆ ਕੋ 5-10 ਕਿਲੇ 15 ਕਿਲੇ ਅੱਗੇ ਖੂਹ ਆਇਆ। ਮੈਂ ਖੂਹ ਨੂੰ ਛੇਦ ਕੀਤੀ, ਖੂਹ 'ਤੇ ਜਾਵਾਂਗੇ। ਅੱਛਾ। ਅਜੇ ਮੈਂ ਇੰਨੀ ਕੁ ਦੂਰ ਹੀ ਆ, ਕੋਈ 8-10 ਕਿਲੇ। ਉਹਦੇ ਨਾਲ ਸਿੱਖ ਕੇ ਲੱਗਿਆ ਖੜਾ ਖੂਹ ਦੇ ਪਿੱਪਲ ਐਡਾ ਮੋਟਾ। ਅੱਛਾ। ਉਹਦੇ ਨਾਲ ਗਿਆ ਤਾਂ ਮੇਰੇ ਨਿਗਾਹ ਪੈ ਗਿਆ, ਇਹ ਸਿੱਖ ਖੜਾ ਹੈ। ਮੈਂ ਥੋੜ੍ਹਾ ਜਿਹਾ ਉਹਨੂੰ ਤੇਲ ਦੇ ਕੇ ਨਾ ਤੇ ਜਾਣੀਆਂ ਮੈਂ ਕੁਝ 2 ਕਿੱਲੇ ਦੀ ਤੰਨਾ ਚਾਹੁੰਦੇ ਨੇ ਵਿੱਚ ਪਾ ਗਿਆ, ਤੇਲ ਦੇ ਗਿਆ। ਜਿਸ ਬਾਤ ਮੈਂ ਬਰਖੀ ਬਣ ਗਿਆ। ਮੈਨੂੰ ਆਂਦਾ ਲੈ ਵੀ ਆ ਗਿਆ। ਮੈਂ ਕਿਹਾ ਜੀ ਆ ਗਿਆ। ਤੇ ਕਹਿੰਦਾ ਬੱਕਰੀ ਦੀ ਲੱਤ ਫੜ। ਅੱਛਾ। ਮੈਂ ਜੀ ਲੱਤ ਫੜ ਲਾ ਕਿਉਂ? ਮੈਂ ਮੇਰੇ ਦਾ ਭੈਣ ਭਰਾ ਮਾਂ ਤੋਂ ਨਿਕਲਿਆ ਨਹੀਂ, ਮੈਂ ਤੁਹਾਨੂੰ ਲੱਭਦਾ ਕਰਦਾ। ਤੇ ਮੇਰੇ ਬਾਅਦ ਦਾ ਰੋਗ ਨਹੀਂ, ਤੂੰ ਕਿਸੇ ਹੋਰ ਮੁੰਡੇ ਨੂੰ ਲਾ ਲਈ। ਅੱਛਾ। ਉਹਦੇ ਚੜ੍ਹਦੇ ਪਾਸੇ ਦਾ ਨਲਕਾ ਸੀ, ਨਲਕੇ ਆ ਕੇ ਇਹ ਵੀ ਆ ਕੇ ਬਹਿ ਗਿਆ, ਅੱਜ ਬੈਠੇ ਤੇ ਆ ਗਿਆ। ਅੱਛਾ। ਮੇਰੇ ਜਿਹੜੇ ਰਿਸ਼ਤੇਦਾਰ ਸਨ, ਮਾਈ ਚੀਜ਼ ਉਹਨੂੰ ਨਹੀਂ ਸਾਰੀ ਅੱਲਾ ਮੈਂ ਆਉਣ ਵਾਲਾ। 3 ਦਫਾ ਮਾਂ ਪਿਓ ਨਾਲ ਲਿਖਣੇ ਆ, ਔਰ ਤੀਜੀ ਦਫਾ 'ਚ ਫੇਰ ਲੱਭ ਗਿਆ। ਵਾਹ। अस्सलाम वालेकुम, सत श्री अकाल, आदाब दोस्तों सब दा। पंजाब ਦੀ ਟੀਮ ਇਸ ਟਾਈਮ ਪਿੰਡ ਡੇਰਾ ਗੁਜਰਾਂ ਦੇ ਵਿੱਚ ਬੈਠੇ ਹਾਂ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦਾ ਪਿਛਲਾ ਜ਼ਿਲ੍ਹਾ ਲੁਧਿਆਣਾ ਸੀ। ਜੱਟ ਗਿੱਲ ਫੈਮਿਲੀ ਦੇ ਨਾਲ ਇਹਨਾਂ ਦਾ ਤਾਲੁਕ ਹੈ। ਬਹੁਤ ਹੀ ਦਰਦਨਾਕ ਕਹਾਣੀ ਇਹਨਾਂ ਦੀ। 3 ਦਫਾ ਆਪਣੇ ਮਾਂ-ਬਾਪ ਦੇ ਨਾਲੋਂ ਵਿਛੜੇ ਤੇ 3 ਦਫਾ ਕਿੰਨਾ ਲੰਬਾ ਸਫ਼ਰ ਕਰਕੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਕਿਸ ਤਰ੍ਹਾਂ ਇਹਨਾਂ ਦਾ ਆਪਸ 'ਚ ਮਿਲਾਪ ਹੋਇਆ, ਉਹ ਸਾਰੀ ਕਹਾਣੀ ਸੁਣਾਂਗੇ ਇਹਨਾਂ ਦੀ ਜ਼ੁਬਾਨੀ। आओ मिलिए तो गलबात साझी करें। अस्सलाम वालेकुम बाबा जी। वालेकुम सलाम जी। की हाल चाल है? ठीक है, शुक्र अल्लाह। की नाम है अपना? अमीर दीन। अमीर दीन। ਤੁਹਾਡਾ ਬਜ਼ੁਰਗ ਕੀ ਨਾਮ ਹੈ? ਗੌਂਸ। ਤੁਹਾਡਾ ਜੀ? ਨਸੀਰ ਦੀਨ। ਬਜ਼ੁਰਗੋ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਸੀ? ਸਾਡੇ ਵਾਲਾ ਸਾਹਿਬ ਦੀ ਨਿਹਾਲ ਸੀ। ਹਾਂਜੀ ਨਿਹਾਲ। ਤੇ ਤੁਹਾਡੇ ਦਾਦਾ ਜੀ ਦਾ? ਮਾਮੂ। ਕਿਹੜੀ ਬਰਾਦਰੀ ਆਪਣੀ? ਜੱਟ। ਕਿਹੜੇ ਜੱਟ ਹੋ? ਗਿੱਲ। ਸਹੀ ਹੋ ਗਿਆ। ਹਿੰਦੁਸਤਾਨ 'ਚ ਕਿਹੜਾ ਪਿੰਡ ਸੀ ਆਪਣਾ? ਅਜਨੇਰ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਲਾਗੇ ਇੱਕ ਤਾਂ ਸਾਡਾ ਵਿੱਚੋਂ ਕਿਸੇ ਜ਼ਮਾਨੇ ਕੋਰਲਾ ਪਿੰਡ ਸੀ। ਇੱਕ ਚੜ੍ਹਦੇ ਪਾਸੇ ਮੁੱਤੋਂ ਸੀ ਪਿੰਡ। ਇੱਕ ਇਸ ਪਾਸੇ ਚੜ੍ਹਦੇ ਪਾਸੇ ਸਾਡੇ ਲੋਹਾਰ ਮਾਜਰਾ। ਅੱਛਾ। ਨਾ ਨਿਵਾ ਤੇ ਇਸ ਪਾਸੇ ਭਰੀ ਸੀ ਇਸ ਕੋਲ ਕੇ। एक आस पास 6 गो सी बैंक तो नहीं पता नहीं कि 6 गो ही गल है। अच्छा। इसमें कोई 5-7 पिंडा का नाम याद आया। सही हो गया। ਇਹਦੀ ਤਹਿਸੀਲ ਕਿਹੜੀ ਸੀ?
ਸਾਡੀ ਤਹਿਸੀਲ ਸਮਰਾਲਾ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ। ਜੀ ਹਾਂਜੀ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਸਾਡਾ ਪਿੰਡ ਬਾਗਾ ਵੱਡਾ ਸਾਰਾ ਦਾ। ਕਿੰਨੀਆਂ ਪੱਤੀਆਂ ਦਾ ਪਿੰਡ ਸੀ? ਪੱਤੀਆਂ ਰਾਈਆਂ ਦੀ ਇੱਕ ਤੇ ਜੋਗੀਆਂ ਦੀ ਇੱਕ। ਜੋਗੀ ਤੇ ਰਾਈ 2 ਤੇ ਜੱਟ। ਅੱਛਾ। ਤੇ ਰਾਈ ਦੱਸਿਆ ਸਾਡੇ ਜੱਟਾਂ ਦੀ ਬਲਾਦੇ ਸੀ। ਸਾਡੀ ਬਲਾਦੇ ਸਿੱਖ ਵੀ ਆ, ਸਾਨੂੰ ਅਜੇ ਵੀ ਬਚਣ ਲੋਕੇ ਗਿੱਲ ਜਿਹੜੇ ਨੇ। ਗਿੱਲ ਨੇ। ਅੱਛਾ। ਤੇ ਕਿਸੇ ਜ਼ਮਾਨੇ ਸਾਡੇ ਬਜ਼ੁਰਗ ਗੱਲ ਕਰਦੇ ਹੁੰਦੇ ਨੇ ਵੀ ਸਿੱਖਾਂ ਚੋਂ ਹੀ ਮੁਸਲਮਾਨ ਹੋਏ ਆ। ਹਾਂਜੀ, ਜੱਟ ਜਿੰਨੇ ਵੀ ਨੇ ਸਿੱਖਾਂ ਜਿੰਨੇ ਵੀ ਕੌਮਾਂ ਸਾਰੀਆਂ ਹੀ। ਹਾਂਜੀ। ਅੱਛਾ, ਲੰਬੜਦਾਰ ਕਿੰਨੇ ਸੀ ਪਿੰਡ ਦੇ? 5 ਖਾਲ 6 ਤੇ ਹੁਣ ਮੇਰੇ ਖਿਆਲ ਨਹੀਂ। ਅੱਛਾ, 5-6 ਸੀ। ਹਾਂ। ਕੋਈ ਇੱਕ ਅੱਧੇ ਦਾ ਨਾਂ ਯਾਦ ਹੈ ਲੰਬੜਦਾਰ ਦਾ? ਇਹ ਤਾਂ ਖਰਾ ਦੀਨਾ ਸੀ ਰਾਈ ਖਰਾ ਲੰਬੜਦਾਰ। ਹਾਂਜੀ, ਦੀਨਾ ਰਾਈ। ਦੀਨਾ ਰਾਈ। ਹਾਂ। ਇੱਕ ਮੱਲ ਸਿਉਂ ਦਾ ਜੱਟਾਂ ਚ। ਮੱਲ ਸਿਉਂ ਜੱਟਾਂ ਚ। ਹਾਂ, ਗਿੱਲਾਂ ਚ। ਸਹੀ ਹੋ ਗਿਆ। ਹੋਰ ਦੋ ਚਲੋ 2 ਹੀ ਸੀਗੇ, ਬਹੁਤਾਂ ਦੇ ਮੈਨੂੰ ਨਾਂ ਨਹੀਂ ਯਾਦ। ਅੱਛਾ, ਬਾਕੀਆਂ ਦੇ ਨਹੀਂ ਯਾਦ। ਹਾਂ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸੀਤਾਂ 2 ਸਨ। 2 ਮਸੀਤਾਂ ਸੀ। ਹਾਂ। ਪੱਕੀਆਂ ਹੁੰਦੀਆਂ ਸੀ ਕਿ ਕੱਚੀਆਂ? ਇੱਕ ਪੱਕੀ ਸੀ ਤੇ ਇੱਕ ਕੱਚੀ ਸੀ। ਅੱਛਾ। ਤੇ ਗੁਰਦੁਆਰੇ ਕਿੰਨੇ ਸੀ ਸਿੱਖਾਂ ਦੇ? ਇੱਕ। ਉਹ ਕਿਹੜੇ ਬੰਨੇ ਸੀ ਪਿੰਡ ਦੇ? ਇਸ ਪਾਸੇ ਲਹਿੰਦੇ ਪਾਸੇ। ਅੱਛਾ, ਲਹਿੰਦੇ ਪਾਸੇ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਸਾਡੇ 14 ਪਤਾ ਨਹੀਂ ਗੱਲ ਹੈ। 14-15 ਸਾਲ। ਹਾਂ, ਸਾਰੀ ਹੋਸ਼ ਹੈ ਮੇਰੇ। ਬਜ਼ੁਰਗੋ, ਗੁਰਦੁਆਰਾ ਜਿਹੜਾ ਸੀ ਉਹ ਕਿਹੜੇ ਬੰਨੇ ਸੀ ਪਿੰਡ ਦੇ? ਲਹਿੰਦੇ ਪਾਸੇ। ਲਹਿੰਦੇ ਪਾਸੇ। ਲਹਿੰਦੀ ਆ ਦੱਖਣ ਦੀ ਕੋਠੇ ਜੀ। ਸਹੀ ਹੋ ਗਿਆ। ਤੇ ਜ਼ਮੀਨ ਆਪਣੀ ਕਿੰਨੀ ਸੀ ਉੱਥੇ? ਦੱਸਿਆ ਕਿ 50-60 ਵਿਗੇ ਸੀ। ਅੱਛਾ, 50-60 ਵਿਗੇ ਸਾਨੂੰ। ਅੱਛਾ। ਕੱਚੇ ਦੋ। ਸਹੀ ਹੋ ਗਿਆ। ਖੂਹ ਖਾਹ ਲੱਗੇ ਹੁੰਦੇ ਸੀ ਪਿੰਡ ਦੇ? ਹਾਂ ਜੀ, ਖੂਹ ਸਾਨੂੰ ਉੱਥੇ। ਕੋਈ ਨਾਂ ਯਾਦ ਨੇ ਕਿਹੜੇ ਨਾਂ ਦੇ ਖੂਹ ਵੱਜਦੇ ਸੀ? ਸਾਡੇ ਖੂਹ ਤਾਂ ਸੁਣਦੇ ਸੀ ਉਹਨੂੰ, ਮੈਂ ਕਹਿੰਦਾ ਨਵਾਂ ਖੂਹ ਤਾਂ ਖਰਾ। ਇੱਕ ਮਾਤਾ ਰਾਣੀ ਵਾਲਾ ਖੂਹ ਬੋਲਦੇ ਨੇ। ਅੱਛਾ, ਮਾਤਾ ਰਾਣੀ ਦਾ ਖੂਹ। ਮਾਤਾ ਰਾਣੀ ਵਾਲਾ ਖੂਹ ਸਾਡੇ ਪਿੰਡਾਂ ਕੋਲ। ਅੱਛਾ। ਇੱਕ ਨਵਾਂ ਲਿਆ ਤਾਂ ਸਾਡੇ ਬਜ਼ੁਰਗਾਂ ਦੀ, ਉਹ ਚੜ੍ਹਦੇ ਪਾਸੇ ਲਿਆ, ਉਹਦਾ ਪਤਾ ਨਹੀਂ ਹੁਣ ਕੀ ਨਾਲ ਕਹਿੰਦਾ। ਅੱਛਾ, ਪਿੰਡ ਦੇ ਚੜ੍ਹਦੇ ਪਾਸੇ ਸੀ। ਹਾਂ। ਸਹੀ ਹੋ ਗਿਆ। ਭਾਦੇ ਯਾਦ ਰਾਹ ਤੇ ਸਿੱਖਾਂ ਦੇ ਖੂਹ ਕਿਹੜੇ ਬੰਨੇ ਸਨ ਪਿੰਡ ਦੇ? ਸਿੱਖਾਂ ਦੇ ਕਈ ਪਾਸੇ ਖੂਹ ਤੇ ਇੱਧਰ ਵੀ ਸਨ, ਇੱਧਰ ਵੀ ਸਨ, ਕਈ ਪਾਸੇ ਸਨ। ਇੱਕ ਪਿੰਡ ਦੇ ਵਿੱਚ ਵੀ ਚੱਲਦਾ ਦਾ ਖੂਹ। ਅੱਛਾ। ਬਲਕਿ 2 ਖੂਹ ਦਾ ਪਿੰਡ ਦੇ ਵਿੱਚ। ਸਹੀ ਇੱਕ ਹੈ ਸਾਡੇ ਘਰਾਂ ਕੋਲ ਤਾਂ, ਇੱਕ ਪਿੰਡ ਦੇ ਵਿੱਚ ਘਰ ਚੱਲਦਾ ਦਾ, ਉਹਨੂੰ ਪਤਾ ਨਹੀਂ ਕਿਹੜਾ ਖੂਹ ਬੋਲਦੇ ਨੇ, ਹੁਣ ਖਿਆਲ ਨਹੀਂ ਹੈ। ਸਹੀ ਹੋ ਗਿਆ। ਉੱਥੋਂ ਬੀਬੀਆਂ ਆਪ ਪਾਣੀ ਭਰਦੀਆਂ ਸਨ। ਪਿੰਡ ਦੇ ਵਿੱਚ ਛੱਪੜ ਵੀ ਆਇਆ ਸੀ ਕੋਈ? ਛੱਪੜਿਆ ਸੀ ਦਰਵਾਜ਼ੇ ਦੇ ਅੱਗੇ। ਸਿੱਖਾਂ ਦਾ ਦਰਵਾਜ਼ਾ ਸੀ ਨਾ। ਅੱਛਾ। ਉਹਦੇ ਨਾਲ ਹੀ ਅਗਲੇ ਪਾਸੇ ਛੱਪੜ ਦਾ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਦਰਬਾਰ ਵਗੈਰਾ ਵੀ ਹੈ ਸੀ? ਦਰਬਾਰ ਪਿੰਡ 'ਚ ਕੋਈ ਨਹੀਂ। ਮੇਲਾ ਸ਼ੇਲਾ ਲੱਗਦਾ ਸੀ ਉਹਨੇ ਪਿੰਡ? ਇੱਕ ਅੰਬਰੀ ਵਾਲਾ ਪੀਰ ਬੋਲਦੇ ਸੀ, ਉਹ ਇੱਧਰ ਸੀ ਕਬਰਾਂ 'ਚ। ਅੱਛਾ, ਕਬਰਾਂ 'ਚ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ? ਰਿਸ਼ਤੇਦਾਰੀ ਦਾ ਮੇਰੇ ਇੱਕ ਮੁੰਡਾ ਸੀ ਪਿੰਡ ਗੁਰਦੁਆਰਾ, ਮੇਰੇ ਨਾਨਕੇ ਦੇ ਉੱਥੇ। ਅੱਛਾ। ਹਾਂ। ਸਹੀ ਹੋ ਗਿਆ। ਉੱਥੇ ਜਾਂਦੇ ਰਹਿੰਦੇ ਹੋਣੇ ਤੁਸੀਂ? ਬਿਲਕੁਲ ਜਾਂਦੇ ਰਹੇ, ਮੈਂ ਪੜ੍ਹਾਈ ਹਿਸਾਬ ਦਾ ਉੱਥੇ। ਅੱਛਾ। ਹਾਂ। ਸਹੀ ਹੋ ਗਿਆ। ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? ਹੈ ਜੀ। ਸਕੂਲ ਨਹੀਂ, ਉੱਥੇ ਪੂਰੇ ਪਿੰਡਾਂ ਸਕੂਲ ਕਿੱਥੇ ਹੁੰਦੇ ਹਨ? ਕੋਈ 5-4 ਮੀਲ ਦੇ ਸਕੂਲ ਹੁੰਦੇ, ਉਹਦੇ 5 ਮੀਲ ਦੇ ਸਕੂਲ ਹੁੰਦੇ ਸਨ। ਅੱਛਾ। ਹਾਂ, ਉਹਦੇ ਸਕੂਲ ਕੋਈ ਨਹੀਂ ਹੁੰਦੇ। ਸਹੀ ਹੋ ਗਿਆ। ਕਿਸੇ ਪਿੰਡ ਜੀ। ਅੱਛਾ ਬਜ਼ੁਰਗੋ, ਆਪਣੀਆਂ ਹਵੇਲੀਆਂ ਹੁੰਦੀਆਂ ਸੀ ਕਿ ਡੇਰਿਆਂ ਦੇ ਮਾਲ ਡੰਗਰ ਰੱਖਿਆ ਹੁੰਦਾ ਸੀ? ਨਹੀਂ, ਪਿੰਡਾਂ 'ਚ ਹੁੰਦੇ ਜੀ। ਪਿੰਡ ਦੇ ਵਿੱਚ ਹੀ? ਬਾਹਰ ਡੇਰੇ ਨਹੀਂ ਹੁੰਦੇ ਆਮ ਤੌਰ 'ਤੇ। ਸਭ ਨੂੰ ਜ਼ਮੀਨ ਭਾਂਡੇ ਵਾਲਾ ਉੱਥੇ ਕਿਹੜਾ ਬੰਦਾ ਸੀ ਪਿੰਡ 'ਚ? ਤੇ ਸਭ ਨਾਲੋਂ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਇੱਕ ਸਿੱਖ ਸਨ 2 ਘਰ। ਅੱਛਾ। ਆਹ, ਕੋਈ ਨਾਂ ਯਾਦ ਉਹਨਾਂ ਦਾ? ਇਹਨਾਂ ਦਾ ਰੋਡ ਸਿਉਂ ਦਾ ਸੀ, ਇਹ ਕਿੰਨਾ ਪਤਾ ਨਹੀਂ ਕਿਹਦਾ। ਕੀ ਨਾਂ ਦੱਸਿਆ? ਰੋਡ ਸਿਉਂ। ਰੋਡ ਸਿਉਂ। ਫੁੰਮਣ? ਉਹ ਫੁੰਮਣ ਤੇ ਥਾ, ਉਹ ਤੇ ਉਹਦਾ ਮਾਲਕ ਨਹੀਂ ਸੀ। ਅੱਛਾ। ਤੇ ਹਿੰਦੂਆਂ ਦੇ ਘਰ ਵੀ ਹੈ ਸੀ ਪਿੰਡ ਦੇ ਵਿੱਚ? ਬਾਹਮਣਾਂ ਦੇ? ਹਾਂਜੀ। ਇੱਕ ਘਰ ਦਾ। ਉਹਦਾ ਕੀ ਨਾਂ ਸੀ? ਉਹਦਾ ਮੈਨੂੰ ਨਾਂ ਨਹੀਂ ਯਾਦ। ਉਹਦੇ 7 ਮੁੰਡੇ ਸਨ, ਦਰਵਾਜ਼ੇ ਦੇ ਨਾਲ ਹੀ ਦੁਕਾਨ ਹੁੰਦੀ ਸੀ। ਅੱਛਾ, 7 ਮੁੰਡੇ ਸੀ ਉਹਦੇ? 7 ਮੁੰਡੇ। ਸਹੀ ਹੋ ਗਿਆ। ਇੱਕੋ ਹੀ ਬਾਹਮਣਾਂ ਦਾ ਘਰ ਦਾ, ਉਹ ਦੁਕਾਨ ਕਰਦਾ। ਚਮਾਰ ਵੀ ਸਨ, ਉਹ ਜੋਗੀ ਵੀ ਸਨ, ਫਕੀਰ ਵੀ ਸਨ, ਰਾਈ ਵੀ ਸਨ। ਅੱਛਾ। ਤੇ ਦੂਜੇ ਜੱਟਾਂ ਦੇ ਘਰ ਸਨ। ਸਹੀ ਹੋ ਗਿਆ। ਆਪਸ 'ਚ ਤੁਹਾਡਾ ਰਹਿਣ ਸਹਿਣ ਕਿਵੇਂ ਦਾ ਸੀ? ਪਿਆਰ ਮੁਹੱਬਤ ਨਾਲ ਰਹਿੰਦੇ ਸੀ? ਪਿਆਰ ਮੁਹੱਬਤ, ਉਹ ਖਾਣਾ ਪਕਾਉਣਾ, ਵਿਆਹ ਸ਼ਾਦੀ 'ਚ ਰੋਟੀਆਂ ਵੀ ਪਕਦੀਆਂ ਸਨ। ਅੱਛਾ। ਆਉਂਦੇ ਜਾਂਦੇ ਸੀ? ਹਾਂ। ਸਹੀ ਹੋ ਗਿਆ। ਤੇ ਈਦ ਸ਼ਬਰਾਤ ਨੂੰ ਕੀ ਹਲਾਲ ਕਰਦੇ ਸੀ ਉੱਥੇ? ਉਹ ਬੱਕਰੀ ਕਰਦੇ। ਵੱਡੀ ਕੋਈ ਨਹੀਂ ਕੁਰਬਾਨੀ ਕਰਦੇ ਸੀ? ਨਹੀਂ, ਸਾਨੂੰ ਜਾਨੀ ਪਾਬੰਦੀ ਨਹੀਂ, ਅਸੀਂ ਅੰਗਰੇਜ਼ੀ ਦੇ ਇਲਾਕੇ 'ਚ ਬੈਠੇ ਸੀ। ਅੱਛਾ, ਅੰਗਰੇਜ਼ੀ ਇਲਾਕਾ ਸੀ ਤੁਹਾਡਾ? ਅੰਗਰੇਜ਼ੀ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, ਉਦੋਂ ਕਿਸ ਤਰ੍ਹਾਂ ਪਤਾ ਲੱਗਿਆ? ਕਿਸ ਤਰ੍ਹਾਂ ਉੱਠੇ ਤੁਸੀਂ ਲੋਕ? ਉਹ ਜੀ ਦੱਸਦੇ ਸੀ, ਜਦੋਂ ਗੱਡੀ ਚੱਲਦੀ ਹੈ ਕਿ
ਬਗੈਰ ਕਰਾਇਆ ਪਾਕਿਸਤਾਨ ਨੂੰ ਵੀ ਜਿਹਨੇ ਜਾਣਾ ਹੋਵੇ ਚਲਿਆ ਜਾਵੇ। ਸਾਡੀ ਪਟਵਾਰੀ ਹੁੰਦਾ ਸੀ, ਉਹ ਆ ਕੇ ਦੱਸਦਾ ਹੁੰਦਾ ਵਾ ਅੱਛਾ ਵੀ ਜਿਹੜੇ ਮੁਸਲਮਾਨ ਨੇ ਇਹਨਾਂ ਵਾਸਤੇ ਫ੍ਰੀ ਗੱਡੀ ਚੱਲਦੀ ਹੈ, ਜੇ ਜਾਣਾ ਚਾਹੋ ਤੇ ਜਾ ਸਕਦੇ ਨੇ। ਅੱਛਾ ਤੇ ਉਹ ਫਿਰ ਅਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨੀਆਂ ਤੇ ਤੋਂ ਮੈਥੋਂ। ਅੱਛਾ ਸਾਡੀ ਕਰਕੇ ਗੁਆਂਢ ਦੇ ਵਿੱਚ ਵੀ ਉਹ ਸਿੱਖ ਪਟਵਾਰੀ ਦਾ ਕੇ ਬਾਰੇ ਚ ਹੁੰਦਾ ਤਾ। ਅੱਛਾ ਉਦੋਂ ਕਾਗਜ਼ ਪੂਰੇ ਲਿਖਾਈ ਲਿਖੂਈ ਕਰਕੇ ਪਿੱਛਾ ਕਰਦੇ ਸਨ ਨਾ ਆਉਂਦੀ ਜੀ ਲਾਹੌਰ ਸੀ ਨੇ ਸਾਰੀ। ਹਾਂਜੀ ਤੇ ਉਹ ਫਿਰ ਹੌਲੀ ਹੌਲੀ ਹੌਲਾ ਪੰਦਾ ਸਾਡੇ ਚੜ੍ਹਦੇ ਪਾਸੇ ਪਿੰਡ ਸੀ ਮੁੱਤੋਂ ਹਰ ਦੇ ਇਨਸਾਨ ਜੋ ਜੀ ਸੁੱਤੇ ਪਏ ਸੀ, ਪੂਰੇ ਦੀ ਆਵਾਜ਼ ਚੱਲਦੀ ਸੀ। ਅੱਛਾ ਉਹ ਪਤਾ ਨਹੀਂ ਫਿਰ ਸਿੱਖ ਕਿੱਥੋਂ ਆਏ ਨੇ ਜਾਂ ਕੋਈ ਆਲੇ ਦੁਆਲੇ ਉੱਠ ਕੇ ਤੇ ਉਹ ਜੀ ਸੁੱਤੇ ਪਿਆ ਨੂੰ ਵੱਢਿਆ ਉਹਨਾਂ ਨੇ। ਉਹ ਕੌਣ ਸਨ, ਕਿਹੜੀ ਬਰਾਦਰੀ ਦੇ ਸਨ ਲੋਕ? ਮੁਸਲਮਾਨ। ਅੱਛਾ ਮੁਸਲਮਾਨ ਸੀ। ਹਾਂ ਉਹ ਸਾਰੇ ਪਿੰਡ ਥੋੜਾ ਜਿਹਾ ਸੀ ਮੁਸਲਮਾਨਾਂ ਦੇ ਸੀ। ਤੇ ਇਹ ਫਿਰ ਮੈਂ ਆਪਣੀ ਅੱਖਾਂ ਨਾਲ ਦੇਖਿਆ ਉਹਨਾਂ ਜਿਸ ਪਾਸੋਂ ਮਾਰੇ ਨੇ ਨਾ, ਫਿਰ ਉਹ ਗਏ ਨੇ ਥਾਣੇ ਤੇ ਥਾਣੇ ਵਿੱਚ ਫੌਜ ਵੀ ਆਈ ਹੈ। ਅੱਛਾ ਫੌਜ ਨੇ ਲਾਗੋ ਲਾਸਾਂ ਦੋ ਚੱਕੀਆਂ ਨੇ ਜਿਹੜੇ ਮਰ ਗਏ ਕੋਈ ਜਿਉਂਦੇ ਸਨ। ਤਾਂ ਉਹ ਕਿ ਮੀਲ ਕੇ ਪਿੰਡ ਦਾ ਜਿਹੜਾ ਕਿ ਮਿਲ ਚੜ੍ਹਦੇ ਪਾਸੇ ਨਾ। ਅੱਛਾ ਤੇ ਇਹ ਜੋ ਚਮਾਰੀ ਹੁੰਦੀ ਸੀ ਉਹਦੇ ਵਿੱਚ ਲੰਘ ਕੇ ਗਈਆਂ ਨੇ ਇੱਕ ਫੌਜੀ ਦੀ ਵਿੱਚੋਂ ਬਾਂਹ ਵੀ ਟੁੱਟੀ। ਕਿਤੇ ਉਹ ਬ੍ਰੇਕ ਦਾ ਤਾਲਾ ਨੀਵਾਂ ਦਾ ਉਹ ਕਿਤੇ ਖੜਾ ਰੋਤੇ ਵਿੱਚੋਂ ਬਾਂਹ ਵੀ ਟੁੱਟੀ ਉਹਦੀ। ਤੇ ਉਹ ਫਿਰ ਥੱਲੇ ਲਾ ਕੇ ਪੱਟੀਆਂ ਪੁੱਟੀਆਂ ਕੀਤੀਆਂ ਉਹਨਾਂ ਨੇ। ਅੱਛਾ ਫਿਰ ਪਤਾ ਨਹੀਂ ਖੰਨੇ ਸ਼ਹਿਰ ਨੂੰ ਲੈ ਗਏ ਸਨ, ਕੋਈ ਸਾਡਾ ਥਾਣਾ ਸਾਡਾ ਖੰਨਾ ਸੀ ਉੱਥੇ ਲੈ ਗਏ। ਅੱਛਾ ਉਸ ਤੋਂ ਪਹਿਲਾਂ ਕੰਮਾਂ ਕਰਾਲਾ ਪਿੰਡ ਹੁੰਦਾ ਸੀ, ਉੱਥੇ ਵੀ ਵਾਰਦਾਤ ਹੋਈ 1 ਮਹੀਨੇ ਪਿੱਛੋਂ ਫਿਰ ਇਸ ਪਿੰਡ ਹੋਈ ਸੀ। ਅੱਛਾ ਕੰਮਾਂ ਕਰਾਲਾ। ਹਾਂ ਉਹ ਪਤਾ ਨਹੀਂ ਹੁਣ ਨਾਭੇ ਸੀ ਜਾਂ ਰਿਆਸਤ ਦੇ ਵਿੱਚ ਸੀ ਪਟਿਆਲੇ 'ਚ, ਮੈਨੂੰ ਕੋਈ ਪਤਾ ਨਹੀਂ। ਅੱਛਾ ਉਹ ਤੋਂ ਫਿਰ ਰੌਲਾ ਪੈਂਦਾ ਰਿਹਾ ਤੇ ਫਿਰ ਅਸੀਂ ਸਲਾਹ ਕੀਤੀ ਮਾਈ ਯਾਰ ਬਜ਼ੁਰਗਾਂ ਦੀ ਵੀ ਆਪਾਂ ਚੱਲੀਏ ਨਾਭੇ 'ਚ ਖਰਾ ਅਮਲ ਹੋਊਗਾ, ਅੰਗਰੇਜ਼ੀ 'ਚ ਰੌਲਾ ਪੈਂਦਾ। ਅੱਛਾ ਉਸ ਤੋਂ ਬਾਅਦ ਫਿਰ 4 ਵਜੇ 4 ਭਰਾ ਹੋਰ ਸਨ, ਉਹ ਵੀ ਨਾਲ ਤੁਰ ਪਏ। ਇੱਕ ਚੇਲੀਆਂ ਦਾ ਮੁੰਡਾ ਸੀ, ਉਹ ਵੀ ਨਾਲ ਤੁਰ ਪਿਆ। ਮਾਈ ਵੀ ਸਾਡੀ ਨਾਲ ਤੁਰ ਪਈ, ਬਾਲ ਬੱਚਾ ਉਹਦਾ ਮੇਰਾ ਭਰਾ ਹੀ ਆ ਛੋਟਾ ਜਾਂਦਾ। ਅੱਛਾ ਇਹ ਵੀ ਸਾਡੇ ਨਾਲ ਹੈਗਾ, 2 ਬੱਚੇ ਹੋਰ ਸਨ। ਇੱਕ ਭਾਦਰਾ ਦਾ ਪਿੰਡ ਆਉਂਦਾ, ਭਾਦਰੇ ਦੇ ਵਿੱਚ ਲੰਘ ਕੇ ਜਦ ਨੂੰ ਦੱਸਿਆ ਉਹ ਜਿੱਥੇ ਚਰਖਤਾ ਦੱਸਦਾ ਮੈਂ। ਹਾਂਜੀ ਉਹ ਚਰਖਤੇ 'ਤੇ ਗਏ ਨਾ, ਉੱਥੇ ਇਸ ਪਾਸੇ ਸਟੇਸ਼ਨ ਸੀ ਮੰਡੀ ਗੋਬਿੰਦਗੜ੍ਹ ਦਾ। ਅੱਛਾ ਅਸਾਂ ਇਹ ਦੇਖਿਆ ਸਾਡੇ ਬਜ਼ੁਰਗਾਂ ਨੇ ਦੇਖਿਆ ਅੱਗਾਂ ਗੱਲ ਵੀ ਇੱਥੇ ਜਾਣ ਦੇ ਦਿੱਤੀ। ਇੱਕ ਮੁੰਡਾ ਸੀ ਉਹਦਾ ਨਾਂ ਹਸਨ ਆ, ਤੋਂ ਆਖਾਂਗਾ ਬਾਬਾ ਕੀ ਗੱਲ? ਕਹਿੰਦਾ ਉਹਦੇ ਸਿੱਖ ਆ ਗਏ ਨੇ, ਉਹ ਹੰਗਦੇ ਮਾਰਦੇ ਹੋਣ ਤਲਵਾਰਾਂ ਦੇ ਬਾਸ਼ੀਆਂ ਚੱਕੀਆਂ ਤੇ ਜੈਕਾਰਾ ਬੁਲਾਉਂਦੇ ਹੋਣ। ਕੋਈ ਸਾਡੇ ਬੁੜੇ ਚੱਕ ਕੇ ਬੁੱਝ ਕੇ ਥੱਲੇ ਮਾਰਿਆ। ਅੱਛਾ ਉਹਦੇ ਵਿੱਚ ਟੂੰਬਾ ਵੀ ਆ ਸਨ, ਪੈਸੇ ਵੀ ਸਨ, ਕੱਪੜੇ ਵੀ ਸਨ। ਅਸੀਂ ਨਾਨਕੀ ਚਲੇ ਗਏ ਆਪਣੇ। ਤੇ ਜਿਹੜਾ ਤੇਲੀਆਂ ਦਾ ਮੁੰਡਾ ਉਹਦੇ ਪਿੱਛੇ ਡੱਗੀ ਲਾਈ ਸੀ, ਪਤਾ ਨਹੀਂ ਟੀਕੇ ਦੇ ਵਿੱਚ ਭਰਿਆ ਸੀ, ਅੱਧਾ ਹਜੇ 40 ਰੁਪਏ ਹੁੰਦੇ ਸੀ ਉਦੋਂ। ਉਹਨੇ ਵੀ ਗਿੱਟਕੇ ਜੀ ਖੋਲ ਕੇ ਤੇ ਉਹ ਮਾਰੀ ਚੱਕ ਕੇ ਤੇ ਉਹ ਵੀ ਭੱਜ ਗਿਆ। ਅੱਛਾ ਮੈਂ ਵੀ ਇਸ ਪਾਸੇ ਨੂੰ ਭੱਜਿਆ ਕਮਾਦਾ ਜੀ ਨੂੰ। ਅਗਾ ਮੈਂ ਗਿਆ ਕੋ 5-10 ਕਿੱਲੇ 15 ਕਿੱਲੇ ਅੱਗੇ ਖੂਹ ਆਇਆ, ਮੈਂ ਖੂਹ ਨੂੰ ਛੇੜ ਕੇ ਸੀ ਖੂਹ ਤੇ ਜਾਵਾਂ। ਅੱਛਾ ਇਹ ਮੈਂ ਇੰਨੀ ਕੁ ਦੂਰ ਹੀ ਆ, ਕੋਈ 8-10 ਕਿੱਲੇ। ਉਹਦੇ ਨਾਲ ਸਿੱਖ ਕੇ ਲੱਗਿਆ ਖੜਾ ਖੂਹ ਦੇ ਪਿੱਪਲ ਐਡਾ ਮੋਟਾ। ਅੱਛਾ ਉਹਦੇ ਨਾਲ ਗਿਆ ਤਾਂ ਮੇਰੀ ਨਿਗਾਹ ਪੈ ਗਿਆ ਇਹ ਸਿੱਖ ਖੜਾ ਹੈ। ਮੈਂ ਥੋੜ੍ਹਾ ਜਿਹਾ ਉਹਨੂੰ ਤੇਜ਼ ਦੇ ਕੇ ਨਾ ਤੇ ਜਾਣੀਆਂ ਮੈਂ ਕੁਝ 2 ਕਿੱਲਿਆਂ ਦੀਆਂ ਤਿੰਨਾਂ ਚਾਹੁੰਦੇ ਨੇ ਵਿੱਚ ਪਾ ਗਿਆ, ਤੇਜ਼ ਦੇ ਗਿਆ। ਜਿਸ ਪਾਸੇ ਬਰੋਬਰ ਆ ਮੇਰੇ ਮਗਰ ਭੱਜਿਆ, ਜਵਾਰਾਂ ਖੜੀਆਂ ਸਾਡੀਆਂ ਜਾਂਦੀਆਂ ਬਾਬਾ ਚੱਲਾ ਜਵਾਰਾਂ ਦਾ ਲੰਮਾ ਦੌੜਾ। ਅੱਛਾ ਤੇ ਮੈਂ ਅੱਖੋਂ ਦੇਖਿਆ ਤੇ ਮੇਰੇ ਸਿਰ ਤੇ ਪੰਨਾ ਬਣਿਆ, ਥੱਲੇ ਮੈਂ ਲੱਗ ਨਹੀਂ ਚਾਹੀਦਾ। ਅੱਛਾ 12-14 ਸਾਲ ਦਾ ਮੁੰਡਾ ਹੋਵੇ ਤੇ ਨਹੀਂ ਕਿਸੇ ਨੂੰ ਫਟਾ ਖਾਂਦਾ ਇਹ ਦੌੜ ਹੁੰਦੀ। ਹਾਂ ਜੇ ਮੈਂ ਜਿਸ ਵਾਰ ਗਿਆ ਨਾ ਕੋਈ ਉਹ ਜਾਣੀ ਮੇਰੇ ਮਗਰ ਲੱਗਿਆ, ਕੋਈ ਕਿਹੜਾ ਲੋਕ ਭੱਜਾ ਕੇ ਖਲੋ ਗਿਆ। ਅੱਗੇ ਇੱਕ ਪਹੀ ਆ ਗਈ। ਅੱਛਾ ਉਹ ਦੂਸਰੇ ਪਿੰਡ ਦਾ ਨਾਂ ਦਾ ਅਲੀਪੁਰ। ਮੈਂ ਨਹੀਂ ਜਾਣਦਾ ਉਹਨੂੰ, ਉਹ ਨਾਂ ਹੀ ਸੁਣਿਆ ਦਾ। ਉੱਥੇ ਇੱਕ 2 ਬੁੜੀਆਂ ਤੇ ਇੱਕ ਬੁੱਢਾ ਜਾਣਾ, 2 ਮਾਲ ਲੈ ਜਾਣ। ਮੈਂ ਬੰਦੇ ਦੇ ਖੜਾ ਪਹੀ ਦੇ। ਅੱਛਾ ਬੱਚਾ ਤੂੰ ਇੱਥੇ ਕਿਵੇਂ ਖੜਾ, ਕਿੱਥੋਂ ਆਇਆ ਤੂੰ? ਜੀ ਪਤਾ ਨਹੀਂ ਮੈਂ ਕਿੱਥੋਂ ਆਇਆ। ਤੁਸੀਂ ਕਿੱਥੇ ਜਾਣਾ? ਅਲੀਪੁਰ। ਮਾਮੇ ਜੀ ਬਣਾ ਲਿਆ ਚਲੋ। ਅੱਛਾ ਤੁਸੀਂ ਵਿਛੜ ਗਏ ਆਪਣੇ ਘਰ ਵਾਲਿਆਂ ਤੋਂ? ਉਹ ਜੀ ਕੋਈ ਕਿੱਧਰ ਕਦੇ ਹੋ ਗਏ, ਕੋਈ ਪਤਾ ਨਹੀਂ ਉਹ ਕਿੱਧਰ ਨੂੰ ਗਿਆ, ਮਰ ਗਿਆ ਕਿ ਜਾਂ ਬਚ ਗਿਆ। ਅੱਛਾ ਤੇ ਉੱਥੋਂ ਫਿਰ ਉਹ ਮੈਂ ਉਹਦੇ ਮਗਰੇ ਚਲਿਆ ਗਿਆ। ਅੱਛਾ ਅੱਗੇ ਮੈਂ ਗਿਆ ਪਿੰਡ ਦੇ ਬੱਚੇ ਨੇ ਬਾਹਰ ਅੱਗੇ 15-20 ਮੁੰਡੇ 2-3 ਬੁੱਢੇ ਬੈਠੇ। ਅੱਛਾ ਤੇ ਉਹ ਗੱਲਾਂ ਇਹੀ ਕਰਦੇ ਨੇ ਰੋਲੇ ਦੀਆਂ।
ਉਹ ਐਂ ਕਹਾ ਕਿ ਮੈਂ ਉਧਰ ਨੂੰ ਮੁੜ ਕੇ ਬਣ ਜਾਊਗਾ। ਮੈਨੂੰ ਇੱਕ ਬੰਦਾ ਪੁੱਛਦਾ ਹੈ ਕਿੱਥੋਂ ਆਇਆ ਤੂੰ? ਮੈਂ ਅਜਨੇਰ ਤੋਂ ਆਇਆ। ਅੱਛਾ ਇਹਦਾ ਮੁੰਡਾ ਮੇਰੀ ਨਾਂ ਦਾ ਬਜੀਰੋ, ਮੈਂ ਬਜੀਰੋ ਦਾ। ਉਹਨੇ ਉੱਠ ਕੇ ਮੈਨੂੰ ਬਹੁਤ ਫੜ ਲਿਆ। ਅੱਛਾ ਘਰ ਲੈ ਗਿਆ। ਘਰ ਜਾ ਕੇ ਉਹਨੂੰ ਜਨਾਨੀ ਨੂੰ ਆਖਣ ਲੱਗਾ ਕਿ ਉਹਦਾ ਬਜੀਰੋ ਦਾ ਮੁੰਡਾ ਹੈ, ਪਤਾ ਨਹੀਂ ਬਾਹਰ ਕੋਈ ਮਰ ਗਿਆ ਕਿ ਛਪ ਗਿਆ। ਉਹ ਸਿੱਖ ਸੀ ਬੰਦਾ? ਹੈਂ? ਉਹ ਬੰਦਾ ਸਿੱਖ ਸੀ? ਨਹੀਂ, ਮੁਸਲਮਾਨ ਸਾਡੀ ਬਲਾਦੀ ਸੀ, ਸਾਕਾਂ ਦਾ ਹਿਸਾਬ ਹੈ। ਸਹੀ। ਅਸੀਂ ਘਰ ਲੈ ਗਿਆ ਤਾਂ ਬੀਬੀ ਨੂੰ ਆਖਣ ਗਿਆ ਇਹਨੂੰ ਜਰਾ ਪਿਆਰ ਪੋਚਾ ਕਰ। ਭੱਜ ਗਿਆ ਨਹੀਂ ਉੱਥੋਂ, ਚਰਸੇ ਦੇ ਵਿੱਚੋਂ ਭੱਜ ਰਹੇ ਦੇ ਚੋਂ। ਤੇ ਦੂਜੇ ਕਹਿੰਦਾ ਪਤਾ ਨਹੀਂ ਮਾਰ ਤਾ ਕੇ ਬੱਚੇ ਨੇ, ਤੇ ਇਹਨੂੰ ਦੁੱਧ ਤੇ ਪਲਾ ਰੋਟੀ ਟੀ ਖਾ। ਅੱਛਾ। ਅੰਦਰ ਗਈ, ਉਹਨੇ ਦੁੱਧ ਵੀ ਲੈਂਦਾ, ਇੰਨਾ ਬੜਾ ਮੱਖਣ ਵੀ ਲੈਂਦਾ ਸੀ, ਮੈਨੂੰ ਦੇ ਗਿਆ ਪਰ ਮੇਰੇ ਕੋਲ ਚੱਲਾਂਗੇ ਉਹ। ਤੇ ਮੈਂ ਕੋਠੇ ਚੜ੍ਹ ਕੇ ਫਿਰ ਰੋਣ ਲੱਗ ਪਿਆ। ਅੱਛਾ। ਫਿਰ ਆਇਆ ਮੈਨੂੰ ਉਹਨੇ, ਇਹਨੇ ਮੈਨੂੰ ਉਹਨਾਂ ਕਹਿੰਦੇ ਦਿਓ ਪਿੱਛੋਂ ਪਤਾ ਲੱਗਿਆ ਵੀ ਸਾਡੀ ਮਾਈ ਤੇ ਬਾਲ ਸਾਰੇ ਆ ਗਏ ਨੇ। ਅੱਛਾ। ਉਸੇ ਪਿੰਡ ਚਲੇ ਗਏ ਘੁੰਮਦੇ ਘੁੰਮਦੇ। ਹਾਂ, ਤੇ ਪਹਿਲੇ ਵੀ ਦੋ ਬੰਦੇ ਸਾਡੀ ਜਿਹੜੇ ਭੱਜੇ ਸਨ ਉਹ ਵੀ ਉੱਥੇ ਆ ਗਏ। ਰਾਤ ਨੂੰ ਸੁੱਤੇ ਨੇ ਕੋਠੇ ਤੇ, ਤੇ ਸੁੱਤੇ ਆ ਤੇ ਪਹਿਲਾਂ ਰਾਤ ਜੀ ਅੱਧੀ ਨਹੀਂ ਹੋਈ। ਅੱਛਾ। ਤੇ ਰੌਲਾ ਪੈ ਗਿਆ। ਤੇ ਉਹ ਜਿਹੜੇ ਇਸ ਪੰਜਾਬ ਸਨ ਅਲੀਪੁਰ ਵਾਲੇ ਤੇ ਮਾਨਕਪੁਰ ਜੀ ਕੋਲ ਪਹਿਰਾ ਲੱਗਿਆ ਸੀ। ਅੱਛਾ। ਹਾਂ ਵੀ ਤੁਹਾਡਾ ਪਿੰਡ ਬੈਠਾ ਕੇ ਉੱਠ ਗਿਆ, ਕਹਿਣਗੇ ਸਾਡੇ ਪਿੰਡ ਦੇ ਜੀ ਸਾਰੇ ਨਿਕਲ ਗਏ ਨੇ, ਤੁਸੀਂ ਫਟਾਫਟ ਨਿਕਲ ਜਾਓ। ਫਲਾਣੇ ਪਿੰਡ ਵੀ ਫਲਾਣਾ ਪਿੰਡ ਲੋਹਾਰ ਮਾਜਰਾ ਨਾ, ਉਹ ਸਰਾਰ ਮਾਜਰਾ, ਮੋਲਿਆਂ ਦਾ ਪੀਰ ਪਰ ਇਹ ਤਿੰਨੇ ਪਿੰਡ ਲੰਘੇ ਨੇ। ਅੱਛਾ। ਤੇ ਉਹ ਜਿਸ ਵਕਤ ਪਤਾ ਲੱਗਿਆ ਸੀ ਉਤੋਂ ਲੈ ਪਏ ਆ ਕੇ ਤੇ ਅਗਾਂ ਜਾਂਦੀਆਂ ਇੱਕ ਫੌਜੀ ਸੀ, ਫੌਜੀ ਨੂੰ ਵਰਦੀ ਮਿਲੀ ਜੀ ਨੀਲੀ ਜੀ। ਕੋਈ 5-10 20 ਕਿਲੇ ਗਏ ਤੇ ਉਹ ਕਹਿੰਦਾ ਉਠੜੀ ਕਰਨ ਲੱਗ ਪਿਆ। ਉੱਠ ਪੜਿਆ ਦੋਨੇ। ਅੱਛਾ। ਉੱਥੇ ਰੌਲਾ ਪੈ ਗਿਆ, ਸਿੱਖ ਪੈ ਗਏ ਸੀ ਨਾ। ਤੇ 15-20 ਬੰਦੇ ਮੁੜਿਆ, ਆਹੀ ਮੇਰੇ ਭਰਾ ਵੀ ਨਾਲ ਦੀ ਬਾਂਹ ਫੜ ਲਈ। ਅੱਛਾ। ਤੇ ਉਹ ਪਰਾਂ ਨੂੰ ਨਿਕਲ ਗਏ, ਅਸੀਂ 25 ਬੰਦੇ ਪਿਛਾ ਆ ਗਏ। ਅੱਛਾ। ਪਿੰਡ ਨੂੰ ਮੁੜਿਆ। ਜਿਸ ਬਾਤ ਆ ਕੇ ਇੱਕ ਮਾਈ ਨਾਲ ਮੁੜਿਆ ਜੀ। ਮਸੀਤ 'ਚ ਆ ਕੇ ਬਹਿ ਗਿਆ ਕਿ ਬੰਦਾ ਕਹਿਣ ਗਿਆ ਮਸੀਤ 'ਚ ਸ਼ਹੀਦ ਹੋ ਜਾਣਾ, ਆਪਾਂ ਨਹੀਂ ਜਾਣਾ, ਹੁਣ ਕਿੱਧਰ ਹੈ। ਅੱਛਾ। ਇੱਕ ਸਿਆਣਾ ਜਿਹਾ ਬੰਦਾ ਕਹਿੰਦਾ ਸਾਨੂੰ ਮਸੀਤ ਨੇ ਕੋਈ ਨਹੀਂ ਬਚਾਉਣਾ, ਤੇ ਆਪਣੀ ਕੋਸ਼ਿਸ਼ ਕਰੋ ਉੱਥੋਂ ਨਿਕਲੀਏ। ਇਹ ਜਾਣਾ ਕਿੱਧਰ, ਤੁਸੀਂ ਮੇਰੇ ਮਗਰ ਲੱਗੋ ਤੇ ਤੁਹਾਨੂੰ ਮੈਂ ਲੈ ਚੱਲਣਾ। ਅੱਛਾ। ਤੇ ਚੂੰ ਮੂੰਹ ਨਹੀਂ ਕਰਨੀ। ਤੇ ਇਹ ਪਹੀ ਪੈ ਗਏ ਤੇ ਕਦਾ ਅਸੀਂ ਕਹਾ ਜਦੋਂ ਉੱਥੋਂ ਨਿਕਲੇ ਨਾ ਮਾਤਾ ਦੀ ਦੇਵੀ ਬਣ ਪਿੰਡ ਸਾਂ ਕਰੇ। ਉਹ ਜਿਸ ਪਾਸੇ ਬੰਦੇ ਮਸੀਹ ਚੋਂ ਨਿਕਲੇ, ਉਸ ਬੰਦੇ ਦੇ ਮਾਰ ਲਾ ਕੇ ਦੂਜੇ ਕਿ ਚਲੋ ਪੇ ਚੱਲੀਏ। ਉਹ ਰਾਹ ਪੈ ਗਿਆ ਸੀ ਚੜ੍ਹਦੇ ਪਾਸੇ ਨੂੰ। ਅੱਛਾ। ਇੱਕ ਮਾਈ ਆਖਣ ਗਈ ਮੇਰਾ ਪੁੱਤ ਮਾਰਤਾ, ਮੇਰਾ ਪੁੱਤ ਵੱਢਤਾ। ਇੱਕ ਬੁੜਾ ਆਖਣ ਗਿਆ ਕਰੋ ਜਾ ਤੂੰ ਸਾਨੂੰ ਵੀ ਮਰਾਵੇਂਗੀ। ਉਹਦਾ ਕਹਾ ਆ ਡੰਡਾ ਕਿ ਮੈਂ ਇਹਨੂੰ ਤਾਂ ਪਹਿਲਾਂ ਸਾਲ ਦੀ ਸਾਰੇ ਜੀਵਾਂ ਨੂੰ ਮਰਾਊਗੀ। ਅੱਛਾ। ਉਹ ਬੁੜੀ ਆਖਣ ਲੱਗੀ ਜੀ ਨਹੀਂ ਮੈਂ ਨਹੀਂ ਬੋਲਦੀ। ਉਹ ਸਾਨੂੰ ਕੁਝ 2 ਮੀਲ ਚੜ੍ਹਦੇ ਪਾਸੇ ਨੂੰ ਕੱਢ ਕੇ ਲੈ ਗਿਆ। ਅੱਛਾ। ਇੱਕ ਉੱਥੇ ਸਾਡੇ ਦਰਬਾਰ ਤਾਂ ਉਹਦਾ ਦੀਵਾ ਬਾਲਦਾ ਹੁੰਦਾ ਬੜਾ ਉੱਚਾ, ਉਹਨੂੰ ਮਦਦ ਅਲਫਸਾਨੀ ਬੋਲਦੇ ਸਨ, ਰੋਜ਼ਾ ਸ਼ਰੀਫ। ਉਹ ਆਖਣਗੇ ਜਿਸ ਤੋਂ ਤੁਹਾਨੂੰ ਉਹਨੇ ਆਖਣਗੇ ਵੀ ਉਹ ਰੋਜ਼ਾ ਦਾ ਦੀਵਾ ਬੋਲਦਾ, ਦਰਬਾਰ ਤਾਂ ਬੜਾ ਵੱਡਾ ਸਾਰਾ। ਆਖਣਗੇ ਇੱਥੋਂ ਮੁੜੋ, ਜਦ ਉੱਥੋਂ ਮੁੜੋ ਜਿੱਥੇ ਆ ਨਾ ਸਾਡਾ ਜਾ ਕੇ ਕੰਪ ਲੱਗੇ ਨਾ, ਜਿਹੜਾ ਬੰਦਾ ਉੱਠ ਗਿਆ ਇਹਨਾਂ ਦੀ ਕਲਰ 'ਚ ਪੈ ਗਈ ਪਿੰਡ ਦੇ ਵਿੱਚ, ਉਹ ਕਲਰ 'ਚ ਜਾ ਕੇ ਲੋਕ ਇਕੱਠੇ ਹੁੰਦੇ ਨੇ। ਆਖਣਗੇ ਹੁਣ ਮੁੜੋ, ਇਸ ਪਾਸੇ ਸਿੱਖਾਂ ਦਾ ਪਿੰਡ ਉਹ ਜੈਕਾਰੇ ਮਾਰਨ ਗੁਰਦੁਆਰੇ 'ਚ। ਅੱਛਾ। ਜਿਸ ਪਾਸੇ ਅੱਜ ਮੁੜ ਕੇ ਨਾ ਇੱਧਰ ਨੂੰ ਆਇਆ ਨਾ, ਤੇ ਅੱਗੇ ਉਹ ਜੈਕਾਰੇ ਵੀ ਸਾਨੂੰ ਸੁਣਨ। ਉਹ ਆਖਣਗੇ ਪੈ ਬੋਲੀ ਜਾਣ ਤੇ ਬੋਲਿਓ ਨਹੀਂ, ਮੇਰੇ ਮਗਰ ਤੁਰੀ ਜਾਓ। ਉਹ ਜਦ ਬਾਅਦ ਆ ਗਏ ਤੇ ਉਹ ਸਾਨੂੰ ਸੱਤ ਮਾਰਨ ਫਲਾਣਾ ਹੋਏ ਫਲਾਣਾ ਸਾਰੇ ਉਹਦੇ ਨੂੰ ਆਜੋ ਆਖਣਗੇ ਬੋਲਿਓ ਨਾ ਖਾਰਾ ਕੁੜੀ ਜਾਵੇ ਸਾਡਾ ਨਾਂ ਲੈ ਕੇ ਸਾਨੂੰ ਛੱਡ ਆਉਣ ਸਿੱਖ। ਜੇ ਬਸ ਉਹਨੇ ਆਵਾਜ਼ ਸਿਆਣੀ ਕਹਿੰਦਾ ਆ ਜਾਓ। ਉਹ ਚਲੇ ਗਏ, ਅਸੀਂ ਵੀ ਦੋਏ ਭਰਾ ਬਹਿ ਗਏ। ਮੇਰੀ ਬਾਂਹ ਫੜੀ ਤੇ ਮੈਨੂੰ ਬਹਿ ਜਾ, ਇੱਕ ਪਤਾ ਨਹੀਂ ਮੇਰਾ ਬੇੜੀ ਦਾ ਬੂਟਾ ਕਿਹੜਾ ਦਾ ਬੂਟਾ ਵੀ ਮੇਰੇ ਖਿਆਲ। ਅੱਛਾ। ਉਹਦੇ ਨਾਲ ਆ ਕੇ ਬਹਿ ਗਏ, ਛੋਟਾ ਜਿਹਾ ਖੜਾ ਦਾ। ਮਰੀ ਲੋ ਲੱਗੀ ਨਾ, ਤੇ ਮੈਂ ਉਹਨੂੰ ਆਉਂਦਾ ਬੈਠੀ। ਅੱਛਾ। ਸ਼ਾਇਦ ਮਾਂ ਸਾਡੀ ਚੀਜ਼ ਲੱਭ ਜਾਣ, ਮਾਈ ਆ ਗਈ ਨਾਲ ਨਿਆਣੇ ਨੇ, ਸਾਡੀ ਚੀਜ਼ ਲੱਭ ਜਾਣ ਤੇ ਮੈਨੂੰ ਲੱਭ ਕੇ ਆਉਣਾ। ਅੱਛਾ। ਤੇ ਇੱਥੇ ਉੱਠੀ ਭਾਵੇਂ ਸਾਰੇ ਦੁਨੀਆ ਚਲੀ ਜਾਏ, ਮੈਂ ਤੈਨੂੰ ਇੱਥੇ ਆ ਕੇ ਲੱਭਣਾ। ਅੱਛਾ। ਇਹਨਾਂ ਨੂੰ ਕਿਹਾ? ਹਾਂ।
ਇਹ ਆਖਣਗਾ ਮੈਂ ਨਹੀਂ ਹਿਲਦਾ। ਉਹ ਮੈਂ ਇਹਨੂੰ ਗਿਆ ਆਈ ਨੂੰ ਗਿਆ ਤੇ ਗਾਂ ਮੈਂ ਦੇਖਿਆ ਜਾ ਕੇ ਸਾਡੀ ਮਾਈ ਗੱਡੇ 'ਤੇ ਬੈਠੀ, ਉਹਦਾ ਮਸਲ ਵੀ ਲੱਗਦਾ ਤਾ ਤੇ ਉਹਦੀ ਭੈਣ ਦਾ ਸਹੁਰਾ ਵੀ ਤਾ, ਨਾਨਕੇ ਦਾਲ ਕੇ ਉੱਥੇ ਸਾਰੇ ਇਕੱਠੇ ਹੋਏ। ਅੱਛਾ। ਮੈਨੂੰ ਇੱਕ ਬਾਈ ਆਖਣ ਲੱਗੀ ਲੈ ਜੀ ਬਜ਼ੁਰਗੋ ਤੂੰ ਰੋ ਨਾ, ਤੇਰਾ ਮੁੰਡਾ ਤੇ ਆ ਗਿਆ। ਅੱਛਾ। ਕਹਿੰਦੀ ਨਸੀਬ ਨੇ ਕਿਹਾ ਮੈਂ ਹੈਗਾ। ਪਕੜ ਕੇ ਲਿਆ ਉਹਨੂੰ। ਅਸੀਂ ਮੈਨੂੰ ਲੈਣ ਚਲਾ ਗਿਆ, ਗੱਡੇ ਖੜੇ ਨੇ, ਗੱਡੇ ਰੋਡ ਲੱਗ ਪਈ ਚੰਗੀ। ਹਾਂਜੀ। ਗੱਡੇ ਤੋਰੋ ਜੀ ਤੋਰੋ ਤੋਰੋ ਤੋਰੋ। ਇੱਕ ਪਾਸੇ ਰੋੜੀ ਸੀ, ਇਹਨਾਂ ਦੇ ਪਿੰਡ ਸੀ ਜੰਡਾਲੀ ਤੇ ਉਹਦੇ ਨਾਲ ਇਸ ਪਾਸੇ ਰੋੜੀ ਸੀ। ਅੱਛਾ। ਉਹ ਜੇ ਰੇੜੀ ਕੋਲ ਨਹੀਂ ਗਿਆ, ਥੋੜੀ ਜਿਹੀ ਚੱਲਣੀ ਫਿਰ ਲੱਗ ਗਿਆ ਮੀਂਹ ਪੈਣ। ਇੰਨਾ ਨਾ ਪਾਣੀ ਹੋ ਗਿਆ। ਅੱਗੇ ਕਿ ਮੇਰਾ ਦਾ ਡੇਰਾ ਉੱਥੇ ਜਾ ਕੇ ਕੱਪੜੇ ਅਸੀਂ ਨਿਚੋੜੇ ਤੇ ਕੋਈ ਐਂ ਭੱਜ ਗਿਆ, ਕੋਈ ਉਹ ਜਿਹੜਾ ਰੋਜੇ ਸ਼ਰੀਫ ਜਾ ਵੜਿਆ। ਅਸੀਂ ਸ਼ਹਿਰ ਸਰਹੰਦ ਦਾ ਉੱਥੇ ਚਲੇ ਗਏ। ਉੱਥੇ ਕੱਪੜੇ ਨਿਚੋੜੇ ਉੱਥੇ ਫਿਰ ਚੱਲ ਪਏ, ਅਸੀਂ ਸਰਹੰਦ ਚਲੇ ਗਏ। 10-11 ਦਿਨ ਅਸੀਂ ਸਰਹੰਦ ਹੀ ਰਹੇ। ਉੱਥੇ ਸਾਡੀ ਕੋਈ ਠਾਠ ਤੇ ਇੱਧਰੋਂ ਬਾਹਰ ਚ ਨਾ ਇੱਕ ਇੱਧਰੋਂ ਰੋਪੜ ਸੀ ਸ਼ਹਿਰ। ਹਾਂਜੀ। ਤੇ ਗੱਡੀ ਪਤਾ ਲੱਗਿਆ ਜੀ ਲਾਲ ਮਸੀਤ ਕੋਲ ਗੱਡੀ ਖੜੀ ਹੈ। ਅੱਛਾ। ਰੋਪੜ ਦੇ ਸ਼ੇਖਾਂ ਨੂੰ ਪਠਾਣਾ ਨੂੰ ਭਰ ਕੇ ਲਿਆਈ ਹੈ। ਹੁੰਦੇ ਰਹੇ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਦਿਨ ਰਹਿ ਗਿਆ ਤੇ ਗੱਡੀ ਉਹ ਆਈ ਹੌਲੀ ਹੌਲੀ ਆਈ ਤੁਰੇ ਜਿਵੇਂ ਦੂੰ ਤੁਰਦੀ ਹੁੰਦੀ। ਅੱਛਾ। ਮੈਂ ਵੀ ਬਾਹਰ ਨਿਕਲ ਗਿਆ ਤੇ ਕੋਈ ਕਿੱਲਾ ਡੇਢ ਕੇ ਮੈਂ ਪਿੱਛਾ ਖੜਾ, ਮੈਂ ਇਹ ਗੱਡੀ ਜਾਣੀ ਨਹੀਂ, ਮੈਂ ਜਾਣਾ। ਇਹ ਮੁਸਲਮਾਨਾਂ ਦੀ ਗੱਡੀ ਭਰੀ ਹੈ ਤੇ ਇਹ ਗਾਂ ਕਤਲ ਹੋ ਜਾਣੀ ਹੈ। ਅੱਛਾ। ਮੈਂ ਤੁਰੇ ਹੌਲੀ 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 ਤੇ ਪਹਿਲਾਂ ਪਿੱਛੇ ਖੜੀ ਰਹੀ ਉਹ ਦੱਸੇ ਸਿੱਖਾਂ ਦਾ ਗੁਰਦੁਆਰਾ ਦਾ। ਉਹ ਕਿਸੇ ਜ਼ਮਾਨੇ 'ਚ ਉੱਥੇ ਰੰਗਜੀਤ ਦੇ ਜ਼ਮਾਨੇ 'ਚ ਉੱਥੇ ਸਿੱਖਾਂ ਦੇ ਬੱਚਿਆਂ ਦੇ ਸਰ ਲਾ ਕੇ ਨੀਂਹ ਥੱਲੇ ਚੁਣਿਆ ਦਾ। ਅੱਛਾ। ਹਾਂ, ਉੱਥੇ ਉਹ ਸਿੰਘ ਸਭਾ ਬਣਾਉਂਦੇ ਹੁੰਦੇ ਸੀ। ਤੇ ਉਹਦੇ ਪਰੇ ਨਾਲ ਰੋਜ਼ਾ ਸ਼ਰੀਫ ਦਾ ਪਹਿਲਾਂ ਉੱਥੇ ਖੜੀ ਰਹੀ ਤੇ 20 ਬੰਦੇ ਸਨ, ਪਠਾਨ ਵੀ ਤੇ ਸ਼ੇਖ ਵੀ। ਅੱਛਾ। ਮਾਲਦਾਰ ਤੋਂ ਉੱਥੇ ਇਹਨਾਂ ਤੇ 2-3 ਲੜਾਈਆਂ ਵੀ ਹੋਈਆਂ ਸਨ। ਸਿੱਖ ਕਰ ਨਹੀਂ ਦਿੰਦੇ, ਅਸੀਂ ਗਾਇਆ ਨਹੀਂ ਕਰਨ ਵਾਲੀ ਉੱਥੇ ਕਰ ਦਿੰਦੇ ਸੀ। ਕੋਈ ਉੱਡਾਂ ਨਹੀਂ ਰਲ ਜਾਣਾ, ਕੋਈ ਪਠਾਣਾ ਨਹੀਂ ਰਲ ਜਾਂਦਾ। ਆਹ ਜਿਹੜੀ ਨਹਿਰ ਨਿਕਲੀਆਂ ਨੇ ਉਦੋਂ ਨਹਿਰ ਪਿੱਛੋਂ ਪੱਟਦੇ ਆਉਂਦੇ ਸਨ। ਅੱਛਾ। ਇੱਕ ਤਾਂ ਉਹ ਨਹਿਰ ਦੀ ਪਟਾਈ 'ਚ ਲੜਾਈ ਹੋਈ ਸੀ ਤੇ ਬਾਅਦ 'ਚ ਪਹਿਲਾਂ ਵੀ 2 ਹੋਈਆਂ ਸਨ। ਕਤਲੋ ਗਾਰਦਬਾਬ ਵਾਲੀ ਸਿੱਖ ਵੀ ਮਰੇ ਸਨ, ਮੁਸਲਮਾਨ ਵੀ ਮਰੇ ਸਨ। ਅੱਛਾ। ਉਹਨਾਂ ਨੂੰ ਉਹ ਕੋਲ ਸੀ ਵੀ ਸਾਡੇ ਨਾਲ ਛੜ ਲਾਉਂਦੇ ਨੇ। ਉਹ ਗੱਡੀ ਇੰਜ ਤੁਰੇ ਜਿਵੇਂ ਦੂੰ ਤੁਰਦੀ। ਮੈਂ ਵੀ ਚਲਾ ਗਿਆ ਬਾਹਰ ਨੂੰ, ਜਿਵੇਂ ਥੋੜ੍ਹਾ ਜਿਹਾ ਜੋ ਬਟਨ ਨੇੜੇ ਗਿਆ। ਅੱਛਾ। ਮੈਂ ਫਿਰ ਚਾਹੁੰਦਾ ਵੀ ਜਿਹੜੀ ਆ ਗੱਡੀ ਉੱਥੇ ਲਾਲ ਮਸੀਤ ਕੋਲ ਵੀ ਖੜੀ ਰਹੀ ਆ, ਹੁਣ ਇਹ ਤੁਰਦੀ ਵੀ ਹੋ ਗਈ ਹੈ। ਇਸ ਕਰਕੇ ਚੱਕਰਬਾਜ਼ੀ ਗੱਡੀ ਮਾਰਦਾ ਹੀ ਹੈ ਨਾ ਟਿਕਾਣ। ਅਖੀਰ ਗਾਂ ਚਲੇ ਗਈ। ਗਾਂ ਇੱਕ ਚੋਆ ਆਉਂਦਾ ਤੇ ਸਟੇਸ਼ਨ ਵੀ ਥਾ। ਹਾਂਜੀ। ਉੱਥੇ ਧੱਕਵੇ ਦਾ ਬੜਾ ਤਾ, ਜਿਵੇਂ ਜ਼ਖੀਰਾ ਹੁੰਦਾ ਸਾਰਾ ਫਰੂਟ ਬੂਟੇ। ਅੱਛਾ। ਉਹਦੇ ਪਿੱਛਾ ਕਲਾਰ ਲਈ ਗੱਡੀ ਖਰਾਬ ਹੋ ਗਈ ਜੀ, ਗੱਡੀ ਖਰਾਬ ਹੋ ਗਈ। ਅੱਛਾ। ਉਹ ਤੇਰਾ ਖਰਾਬ ਬਣਾ ਕਰੇ। ਫਿਰ ਉਹਨਾਂ ਨੇ ਚੋਰੀ ਉਹਦਾ ਬਹਾਨਾ ਲੈ ਕੇ ਬਣਾਇਆ। ਹਾਂਜੀ। ਹਾਂਜੀ, ਕਾਰੀਗਰ ਜਾਂਦੀਆਂ ਤੁਰੂਗੀ ਚੋਰ ਚੋਰ ਕਹਿੰਦੇ ਫਿਰ ਕੋਈ ਬਰਸਾਤੀ ਨਾਲਾ ਤਾ ਉਹਦੇ ਦੁਆਲੇ ਅਨ ਬਿਲਾ ਉਹਦੇ ਪਿੱਛੇ ਥੋੜ੍ਹੀ ਡੱਕ ਦੇ। ਅੱਛਾ। ਕੋਈ ਘੰਟੇ 2 ਬਾਅਦ ਮੈਂ ਕੋਠੇ 'ਤੇ ਪਿਆ, ਰਾਤ ਦੇ 11 ਵਜੇ ਠੀਕ ਤੜ ਹੋਈ। ਅੱਲਾ ਜਾਣੇ ਫਿਰ ਕੀ ਹਾਲ ਹੈ। ਭਜਨ ਡਟ ਕੇ ਬੰਦੇ ਬਚੇ, ਬੱਚੋਂ ਕੁਛ ਲੁਕਦੇ ਛਿਪਦੇ ਇੱਧਰ ਆ ਗਏ ਸ਼ਹਿਰ ਨੂੰ। ਤੇ ਮੈਨੂੰ ਪਤਾ ਲੱਗਿਆ ਕਿ ਸ਼ਹਿਰ ਇੱਥੇ ਬੰਦੇ ਬੜੇ ਚੁੱਕੇ ਆਏ ਨੇ। ਅੱਛਾ। ਕੁੜੀਆਂ ਤੇ ਮੁੰਡੇ। ਤੇ ਉਹਦੇ ਵਿੱਚੋਂ ਗੱਡੀ 'ਚ ਛੱਡਿਆ ਕੋਈ ਨਹੀਂ, ਪਤਾ ਨਹੀਂ ਉਹ ਕਿੰਨੇ ਪੁਲਖ ਦਾ। ਤੇ ਫਿਰ ਸਵੇਰੇ ਧੋ ਕੇ ਉਹਨਾਂ ਦਿਨ ਚੜੇ ਧੋ ਆ ਕੇ ਫਿਰ ਤੋਰੀ ਆ। ਜਿਹੜੇ ਉੱਥੋਂ ਭੱਜ ਕੇ ਆ ਗਏ ਕਿ 10-20 ਬੰਦਾ ਦਾ 100 ਲੋਕ ਚੁੱਕ ਕੇ ਬਚ ਕੇ ਆਇਆ। ਹਾਂਜੀ। ਉਹਨਾਂ ਨੂੰ ਮੈਂ ਵੀ ਕਿਹਾ ਖੁੱਲੀ ਜਗ੍ਹਾ ਪੈ ਦੇ ਉੱਥੇ ਰੁੱਖ ਬੂਟੇ ਵੀ ਖੜੇ ਤੇ। ਹਾਂਜੀ। ਸਰਹੰਦ ਸ਼ਹਿਰ ਦੇ ਵਿੱਚ ਉੱਥੇ ਨੂੰ ਪਾਣੀ ਪੂਣੀ ਪਿਲਾਇਆ ਉਹਨਾਂ ਨੂੰ, ਹੌਸਲਾ ਦਿੱਤਾ। ਫਿਰ ਬੰਦੇ ਆਗਣ ਲੱਗੇ ਵੀ ਇੱਥੇ ਨਾ ਉਹਨੂੰ ਰੋਜ਼ੇ ਜਾ ਜਾਓ। ਅੱਛਾ। ਉੱਥੇ ਮੱਲਮ ਪੱਟੀ ਹੋ ਗਈ ਨਾ ਜੀ, ਇੱਥੇ ਆਪਣੇ ਕੋਲ ਬੰਦੋਬਸਤ ਕੋਈ ਨਹੀਂ। ਫਿਰ ਬੰਦੇ ਨਾਲ ਜਾਣੇ ਉਹਨੂੰ ਰੋਜ਼ੇ ਸ਼ਰੀਫ ਛੱਡਿਆ ਉਹਨਾਂ। ਅੱਛਾ। ਤੇ ਕੁਛ ਸਾਡੇ ਆਲੇ ਦੁਆਲੇ ਲੋਕਾਂ ਦੀ ਉੱਥੇ ਕਿਆ ਮਨਜ਼ੂਰ ਹੋ ਗਿਆ ਸੀ ਸਾਨੂੰ। ਅੱਛਾ। ਉੱਥੇ ਰਹਿੰਦੇ ਤੇ ਪਹਿਲਾਂ ਇੱਕ ਦਿਨ ਰਾਤ ਨੂੰ ਦਾਦੇ ਨੇ ਸਾਡੇ ਮਾਈ ਦੇ ਨਾਨਕੇ ਆ ਗਏ। ਅੱਛਾ। ਚਲੋ ਜੀ ਚਲੋ ਚਲੋ। ਉਹ ਸਾਨੂੰ ਉਸ ਤੋਂ 8-7 ਮੀਲ ਚੜ੍ਹਦੇ ਪਾਸੇ ਰਿਆਸਤ ਦੇ ਵਿੱਚ। ਮੈਂ ਆਪਣੀ ਮਾਈ ਨੂੰ ਕਹਿੰਦਾ ਵੀ ਆਪਾਂ ਉੱਥੇ ਨਾ ਜਾਈਏ, ਨਾਲ ਆਪਾਂ ਰੋਜ਼ੇ ਸ਼ਰੀਫ ਚਲੀਏ। ਅੱਛਾ। ਉਹ ਕਹਿੰਦੀ ਨਹੀਂ ਹੈਗੇ, ਉੱਥੇ ਹੁਣ ਸਾਰੇ ਜੀ ਜਾਂਦੇ ਨੇ, ਇਹਨਾਂ ਜਿੱਥੇ ਜਾਣ ਕੇ ਉੱਥੇ ਨਾਲੇ ਲੱਗ ਚੱਲਾਂਗੇ। ਅੱਛਾ।
ਚਲੋ ਮਾਂ ਤੂੰ ਗੱਡੀ ਸਾਨੂੰ ਤੋਰ ਲੈ ਤੇ ਉੱਥੇ ਚਲੇ ਗਏ ਰਾਤ ਕੱਟੀ ਤੇ ਸਵੇਰ ਨੂੰ ਇੱਕ ਮੇਰਾ ਨਾਨਾ ਹੀ ਲੱਗਦਾ ਲਾ ਅੱਛਾ ਉਹਨੇ ਜਿਹੜੀ ਮੇਰਾ ਮਸਲ ਵੀ ਨਾਲ ਸੀ ਹੋਰ ਵੀ ਚਾਰ ਦੋ ਕਹਿਤਾਂ ਉਹਨਾਂ ਨੇ ਮੱਝਾਂ ਖੋਲੀਆਂ ਮੇਰਾ ਮਸੇਤ ਤਾਂ ਉਹਨੇ ਨਾਲ ਤੋਰਤਾ ਅੱਛਾ ਮੇਰੀ ਮਾਂ ਤੋਂ ਛੋਟੀ ਭੈਣ ਸੀ ਉਹਦਾ ਮੁੰਡਾ ਦਾ ਉਹ ਤੋਰਤਾ ਮੈਨੂੰ ਮੈਂ ਤਾਂ ਨਾਨਾ ਹੀ ਲੱਗਦਾ ਸੀ ਉਹ ਭੈਣ ਕੋਲ ਰਹਿੰਦਾ ਸੀ ਛੋਟਾ ਹੁੰਦਾ ਸੀ ਅੱਛਾ ਭੈਣ ਉਹਦੀ ਵਿਆਹ ਹੋ ਗਈ ਸੀ ਤੇ ਉਹ ਆਖਾਂਗੇ ਅਮੀਰ ਨਾ ਦੋ ਚਾਰ ਫਿਰ ਮੈਂ ਵੀ ਖੋਲ ਮਾ ਦੇਣ ਜਾਂਦਾ ਤੇ ਇਹਦੇ ਨਾਲ ਤੋਂ ਵੀ ਚਲੇ ਗਏ ਅੱਛਾ ਨਾਨਾ ਖੋਲ ਦੇ ਉਹ ਖੋਲ ਕਹਿੰਦਾ ਅਸੀਂ ਚਲੇ ਗਿਆ ਬਾਹਰ ਜਾ ਕੇ ਖੁੱਲ੍ਹੀ ਜਗ੍ਹਾ ਪਰ ਗਿਆ ਤਾਂ ਕਰਾਉਡ ਬੜਾ ਖੜਾ ਚੱਕਰਾਂ ਤੇ ਉੱਥੇ ਅਸੀਂ ਬੈਠੇ ਹਾਂ ਤੇ ਜਦੋਂ ਮੇਰਾ ਮਾਤਾ ਰੋਟੀ ਲੈ ਕੇ ਆ ਗਿਆ ਚਲੋ ਜੀ ਪਿੰਡ ਨੂੰ ਚਲੋ ਜੀ ਪਿੰਡ ਨੂੰ ਮੈਂ ਮਤਲਬ ਕੁਝ ਨਹੀਂ ਹੋਇਆ ਕੁਛ ਨਹੀਂ ਹੋਇਆ ਚਲੋ ਸੋ ਡੰਗਰ ਤੋੜ ਲੈ ਐਸ ਪਾਸੋਂ ਦਾ ਤਿੰਨ ਮੁੰਡੇ ਭੱਜੇ ਆਉਣ ਮੈਂ ਪੁੱਛਿਆ ਕੀ ਹੋਇਆ ਭੱਜੇ ਆਉਂਦੇ ਹੋ ਕਹਿੰਦਾ ਸਾਡਾ ਪਿੰਡ ਤਬਾਹ ਕਰਤਾ ਅੱਗ ਲੱਗੀ ਉਹ ਜਦ ਕਹਿੰਦਾ ਮੈਂ ਚਾਨ ਮਾਰਿਆ ਧੂੰਆਂ ਨਿਕਲੇ ਕਿਹੜਾ ਪਿੰਡ ਸੀ ਉਹ ਦਲੂ ਮਾਜਰਾ ਅੱਛਾ ਦਲੂ ਮਾਜਰਾ ਦਲੂ ਮਾਜਰਾ ਉੱਥੇ ਬੜੀ ਕਤਲੇਆਮ ਹੋਈ ਸੀ ਹਾਂ ਤੇ ਐਸ ਪਾਸੇ ਉਹ ਵੀ ਜੱਟਾਂ ਦਾ ਪਿੰਡ ਸੀ ਮੇਰੇ ਜੱਟਾਂ ਦਾ ਹਾਂਜੀ ਤੇ ਉੱਥੇ ਨਾਲ ਬਹੁਤ ਬੁਰਾ ਹਾਲ ਹੋਇਆ ਤੇ ਮੈਨੂੰ ਕਹਿੰਦਾ ਉਹਨੇ ਮਸ਼ੀਨ ਨੂੰ ਮੈਂ ਚੱਲ ਆਪਾਂ ਤੇ ਮਗਰ ਪਾ ਚਲੀਏ ਜੇ ਅਸੀਂ ਇੱਥੇ ਆ ਗਿਆ ਤੇ ਸਵੇਰੇ ਹੋ ਸਕਦਾ ਸਾਡਾ ਵੀ ਨੰਬਰ ਆ ਜਾਏ ਉਹ ਮੈਂ ਕੋਈ ਕਿੱਲਾ ਦੋ ਘੰਟੇ ਭੱਜਿਆ ਤੇ ਮੇਰਾ ਮਸਲ ਨੇ ਗਿਆ ਉਹਨੂੰ ਬਹੁਤ ਫੜ ਲਿਆ ਤੇ ਇੱਕ ਉਹਦੇ ਮਾਰੀ ਚੰਡ ਚੱਲ ਕੇ ਜਾਂਦਾ ਪਿਆ ਜਾਵੇ ਉਹਦੇ ਮੋੜ ਲਿਆ ਤੇ ਮੈਂ ਕਿਹਾ ਚਲਿਆ ਗਿਆ ਜੋ ਤਿੰਨ ਮੁੰਡੇ ਸਨ ਉਹ ਮੇਰੇ ਤੋਂ ਅਗਾਂਹ ਨਿਕਲ ਗਏ ਅੱਗੇ ਕਰੋੜ ਬੜਾ ਸੀ ਚੱਕਰਾਂ ਅੱਛਾ ਉਹ ਜਵਾਨ ਸਨ ਮੁੰਡੇ ਤੇ ਕੁਝ ਮੇਰਾ ਉੱਥੇ ਟਾਈਮ ਵੀ ਲੱਗ ਜਾਂਦਾ ਕਹਿੰਦਾ ਮੈਂ ਉਹ ਤੋਂ ਜਾ ਬੜੇ ਹੀਰੇ ਚ ਤੇ ਮੈਨੂੰ ਨਹੀਂ ਲੱਭਣੇ ਅਗਾਂਹ ਮੈਂ ਗਿਆ ਤੇ ਖੂਹ ਚੱਲੇ ਨਵਾਂ ਖੂਹ ਬਣਾਇਆ ਤੇ ਚੰਦਾ ਨਵੀਆਂ ਪਈਆਂ ਅੱਛਾ ਤੇ ਉੱਥੇ ਜਾ ਕੇ ਮੈਂ ਪਾਣੀ ਪੀਤਾ ਇਹਨੂੰ ਤੁਰ ਪਿਆ ਬਾਸ਼ ਬੜੀ ਪੈਂਦੀ ਜੀ ਅੱਛਾ ਜਿਸ ਬਤਾ ਅਗਾਂਹ ਗਿਆ ਨਾ ਮੈਂ ਤੱਕ ਮੇਲਾ ਜਾ ਗਿਆ ਉਹ ਸਿੱਖ ਕੱਚੇ ਵਾਲੇ ਪੈਣ ਤੇ ਗਾਣਾ ਖੜੀਆਂ ਅੱਛਾ ਮੈਂ ਜਾਈ ਇਹ ਜਾਣੀ ਕਿ ਤੇ ਮੈਨੂੰ ਦੇਖ ਲਿਆ ਕਿ ਮੈਨੂੰ ਮੇਰੇ ਮਗਰ ਨਾਲ ਲੱਗਦਾ ਕੁੜੀ ਜਾਵੇ ਨਹੀਂ ਦੇਖਿਆ ਨਹੀਂ ਮੈਂ ਨਾ ਰੋਲ ਐਂ ਬਲ ਗਿਆ ਜਦ ਮੈਂ ਕਿਲਾ ਗਾਂ ਗਿਆ ਸੀ ਗਾਂ ਪਾਣੀ ਦੇ ਪਤਾ ਨਹੀਂ 5-10 ਕਿੱਲੇ ਚ ਪਾਣੀ ਜਿਵੇਂ ਨੀਵਾਂ ਛੱਪੜ ਹੁੰਦਾ ਅੱਛਾ ਅਗਲੇ ਪਾਸੇ ਮੈਂ ਚਾਰ ਕਰੇ ਮਕਈਆਂ ਤੇ ਕਮਾਲ ਕਰੇ ਉਹਦੇ ਵਿੱਚ ਹੀ ਮੈਂ ਵੜ ਗਿਆ ਪਾਣੀ ਕਦੇ ਇਹਨਾਂ ਨਾਲ ਪਾਣੀ ਆ ਜਾਵੇ ਕਦੇ ਇਹਨਾਂ ਨਾਲ ਆ ਜਾਵੇ ਕਦੇ ਇਹਨਾਂ ਨਾਲ ਮੈਂ ਲੰਘ ਗਿਆ ਅੱਛਾ ਅਗਰ ਜਦੋਂ ਮੈਂ ਜਵਾਲ ਕੋਲ ਗਿਆ ਵਿੱਚ ਜਵਾਰ ਦੇ ਵੜ ਗਿਆ ਮੱਕੀਆਂ ਬੜੀਆਂ ਬਾਅਦ ਚ ਬੜੀ ਪਈ ਮੱਕੀਆਂ ਖੜੀਆਂ ਤੇ ਕਮਾਲ ਕਰੇ ਜਾਂ ਕੁੜੀ ਜਾਵੇ ਛਾਂ ਕਰੇ ਕੋਈ ਛਾਂ ਨਾ ਉੱਥੇ ਮੈਂ ਬੰਨਿਆ ਹੀ ਪੈ ਗਿਆ ਅੱਛਾ ਹੋਰ ਮੈਨੂੰ ਡਰ ਕੋਈ ਨਾ ਮੈਨੂੰ ਸੂਰ ਦਾ ਡਰ ਵੀ ਕਿਤੇ ਸੂਰ ਨਾ ਮੈਨੂੰ ਪੈ ਜਾਵੇ ਕੋਈ ਜਾਵਾ ਨਿਕਲ ਕੇ ਤੇ ਉੱਥੇ ਸੂਰ ਬੜੇ ਹੁੰਦੇ ਨੇ ਅੱਛਾ ਯਾਰ ਉਹ ਜਦ ਮੈਂ ਖੂਹ ਤੇ ਗਿਆ ਖੂਹ ਦੇ ਬੂਟੇ ਖੜੇ ਹੈ ਜੋ ਵੀ ਭਾਰੇ ਛਾਂ ਕਰੀ ਮੈਂ ਨਾ ਰੋਲੀ ਉਹ ਸਿੱਧੀ ਪੱਟੇ ਫੇਰ ਪੈ ਗਿਆ ਅੱਛਾ ਅਗਾਂਹ ਗਿਆ ਕਿ 5-4 ਕਿਲੇ ਦੇ ਅੱਗੇ ਪਹਾ ਆ ਗਿਆ ਤੇ ਇੰਨਾ ਉੱਚਾ ਉਹਨੇ ਮੋਹਰੀਆਂ ਰੱਖੀਆਂ ਨਾਲ ਮਕਈ ਦੇ ਵਾਲੇ ਪਾਸੇ ਸੜਕ ਨਹੀਂ ਵੀ ਤੇ ਮੈਂ ਫੇਰਾ ਪੂਰਾ ਮਾਰਾ ਜੀ ਮੈਂ ਲੰਘਾ ਕਿਵੇਂ ਉਹ ਮੈਂ ਤਕਾਉਂਦਾ ਲੇਕਿਨ ਮੈਨੂੰ ਮੋਹਰਾ ਲੱਭਿਆ ਏਡਾ ਗਾ ਅੱਛਾ ਪੈਰ ਮੇਰੇ ਨੰਗੇ ਸਨ ਉਹ ਮੇਰੇ ਮੋਹਰੇ ਮੈਂ ਮਾਰਿਆ ਨਾ ਪੈਰ 12-14 ਸਾਲ ਦਾ ਮੁੰਡੇ ਦੀ ਜਾਨ ਬੜੀ ਹੁੰਦੀ ਹੈ ਤੇ ਅਚਾਰ ਵੀ ਹੁੰਦਾ ਕਿ ਚੜ੍ਹਦੀ ਜਵਾਨੀ ਹੁੰਦੀ ਹੈ ਉਹ ਮੈਨੂੰ ਉੱਥੇ ਦਾ ਮਾਰ ਕੇ ਚਾਲਣਾ ਮੈਂ ਉੱਥੇ ਮੋਢੇ ਦੇ ਪਿਆ ਰੱਖ ਲਿਆ ਉੱਥੇ ਮੈਂ ਦਿੱਤਾ ਜੱਪ ਚ ਪੈਸੇ ਦੇ ਵਿੱਚ ਅੱਛਾ ਫਿਰ ਮੈਂ ਗਾਹਾਂ ਨੂੰ ਇਸ ਪਾਸੇ ਬੀਬੀਆਂ ਖੜੀਆਂ ਕੋਠੇ ਤੇ ਉਹ ਇਸ ਪਾਸੇ ਪਿੰਡ ਦਾ ਸਿੱਖਾਂ ਦਾ ਨਾ ਮੁਸਲਮਾਨਾਂ ਦੀ ਲੜੇ ਉਹਨੂੰ ਵੀ ਅੱਗ ਲੱਗੀ ਅੱਛਾ ਸਿੱਖਾਂ ਦੇ ਪਿੰਡ ਨੂੰ ਵੀ ਨਾ ਮੁਸਲਮਾਨਾਂ ਦੀ ਪਿੰਡ ਨੂੰ ਉਹਦਾ ਨਾਂ ਤਾਂ ਗੁਰਸਰੀ ਅੱਛਾ ਆ ਸਾਡੇ ਪਿੰਡ ਬੱਚਿਆਂ ਨੂੰ ਉਹਦੇ ਨਾਨਕੇ ਦੇ ਉੱਤੇ ਮੇਰਾ ਵਿਆਹ ਪਿੰਡ ਮੇਮਾ ਇਹ ਜਰਾ ਉਸੇ ਨਾਲ ਇੱਕ ਮੈਂ ਬੋਰ ਮੱਛੀ ਦੇ ਕੋਲ ਲੰਘਿਆ ਇੱਕ ਬੋਰੇ ਪਿੰਡ ਦਾ ਅੱਛਾ ਉੱਥੇ ਖਾਣਾ ਲੋਕ ਕੋਠੇ ਦੇ ਖੜੇ ਇੱਧਰ ਨੂੰ ਦੇਖਣ ਮੈਂ ਜਦ ਧਾਨ ਮਾਰਿਆ ਧੂਆਂ ਨਿਕਲੇ ਮੈਂ ਜਾਈਏ ਮੈਂ ਫਲਾਣਾ ਪਿੰਡ ਵੀ ਮਾਰਤਾ ਉਹ ਜਦੋਂ ਮੈਂ ਇੱਕ ਡੰਡਾ ਥੋੜ ਜਿਹਾ ਆ ਗਿਆ ਤੁਸੀਂ ਦੇਖਿਓ ਡੰਡਾ ਥੋੜ ਹੁੰਦਾ ਲੱਗਾ ਹਾਂਜੀ ਉਹਨੇ ਅੰਜ ਸੋਹਰਾ ਹੀ ਖੜਾ 5-4 ਕਿਲੇ ਦੀ ਲੈਣ ਤੇ ਬੈਠੋ ਕੋਈ ਨਹੀਂ ਮੈਂ ਗਾਹਾਂ ਗਿਆ ਨੇ 5-4 ਕਿਲੇ ਅੱਛਾ ਫੇਰਾ ਪੂਰਾ ਮਾਰਿਆ ਮੈਂ ਲੰਘਾ ਕੇ ਮੈਨੂੰ ਇੰਨਾ ਖਪਾ ਲੱਭ ਗਿਆ ਅੱਛਾ ਉਹ ਮੈਂ ਬਾਹਾਂ ਕਰਕੇ ਨਾ ਇੰਨਾ ਕਰਕੇ ਇੰਨਾ ਗਾਹਾਂ ਲੰਘ ਗਿਆ ਮੋਰ ਪੈਰਾਂ ਦੇ ਤੇ ਰੇਤ ਮੈਂ ਅਗਾ ਲੰਘ ਗਿਆ ਕਹਾਂ ਫਿਰ ਮੀਲਾ ਦੇ ਹਿਸਾਬ ਤੇ ਘਾਹ ਬੂਟੇ ਖੜਾ ਦੇ ਬਾਅਦ ਭਾਵੇਂ ਵੀ ਬਾਤਾਂ ਦੇ ਵਿੱਚ ਤੇ ਮੈਂ ਨਾ ਕਹਿੰਦੇ ਤੇ ਡਰ ਗਿਆ ਮੈਂ ਇਹ ਵੀ ਸਿੱਖ ਹੋਣਾ ਹੱਥਾਂ ਸਿੱਖੀ ਹੋਈ ਮੈਂ ਐਂ ਜਾਂਦਾ ਨਾ ਐਂ ਤੇਲ ਚੱਲ ਕੇ ਮੈਂ ਉਹਦੇ ਕੋਲ ਨੂੰ ਚਲਾ ਗਿਆ ਮੈਂ ਦੇਖੀ ਜੋ ਜਿਹੜੀ ਹੋਊਗੀ
हाँ बाबा जी कहता हाँ बच्चा मैं मानूपुर नहीं जाना है। अच्छा कहता आया कितों आ मैं माजरा जल गई तो तू कला क्यों आया। मैं मैंने कलिया नहीं कुछ आ रहा है। इधर तेरी की साख्या की है। मैं मेरी भैन होती है। अच्छा। अजीब कर दिया है। मैं बचपन से वहाँ जाना है। गया हम कोई भी ना मैंने पता अच्छा। था कि कितों जाना है नहीं जाना। वो आकर के मैंने काम करा ऐसा सीधे ही हो जा अगे चलो बुर्जियाँ वो अकबर बादशाह के जमाने कितने बुर्जियाँ कटियाँ सानू। अच्छा ਤੇ ਉੱਥੋਂ ਰਾਹ ਇੱਕ ਮਾਨੂਪੁਰ ਨੂੰ ਪਾੜਦਾ ਇੱਕ ਸਰਹੰਦ ਨੂੰ ਪਾੜਦਾ। ਜਿਹੜਾ ਇੱਧਰ ਨੂੰ ਜਾਊਗਾ ਉਹ ਸਰਾਹ ਪੈ ਜੀ। ਮੈਂ ਚਲੋ ਅੱਛਾ ਆਖਣ ਗਿਆ ਫਿਰ ਇੱਧਰ ਨੂੰ ਆਇਆ ਤੇ ਕੀ ਹਾਲ ਆ। ਮੈਂ ਬਿਲਕੁਲ ਠੀਕ ਠਾਕ ਆ ਕੋਈ ਰੌਲਾ ਗੋਲਾ ਨਹੀਂ ਹੈ। ਉਹ ਕਿ ਕਿੱਦਾਂ 2 ਗਮਾ ਨਿਕਲਿਆ ਘਾਹ ਵੀ ਇੰਨਾ ਨਾ ਖੜਾ ਵਿੱਚ। ਅੱਛਾ ਬਾਸ਼ਾ ਪੰਜੀਆਂ ਜੋ ਘਾਹ ਬੂਟਾ ਹੁੰਦਾ ਲੋਕ ਤੇ ਬਾਬਾ ਮੇਰਾ ਦੇਖੀ ਜਾਵੇ ਮੁੰਡਾ ਕੱਲਾ ਕੀ ਜਾਂਦਾ ਹੈ। ਮੈਂ ਬਾਬਾ ਮੈਂ ਕਹਿੰਦਾ ਨਹੀਂ ਭੈਣ ਨੂੰ ਮਿਲਣ ਚੱਲਿਆ। ਮੈਂ ਤਾਂ ਕੱਲਾ ਕੋਈ ਨਹੀਂ ਮੈਂ ਰਾਹ ਨਹੀਂ ਜਾਣਦਾ। ਹੁਣ ਮੀਂਹ ਪਿਆ ਘਾਹ ਬੂਟ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਤੈਨੂੰ ਤਾਂ ਮੈਂ ਰਾਹ ਪੁੱਛਿਆ। ਉਹ ਜਦੋਂ ਮੈਂ ਉੱਥੇ ਆਇਆ ਮੈਂ ਆ ਕੇ ਦੇਖਿਆ ਬੁਰਜੀ ਬਾਕਿਆ ਗਿਆ ਆਗੇ ਉਹਦੇ ਦੁਆਲੇ ਨਾ ਬਾਬਾ ਥਾਂ ਜੇ ਮੈਂ ਕੱਲਾ ਜਿਹਾ ਪਿਆ ਸਾਫ ਉੱਚਾ ਥਾਂ। ਹਾਂਜੀ ਜਦ ਮੈਂ ਬੁਰਜੀ ਤੋਂ ਐਂ ਨੂੰ ਹੋਇਆ ਨਾ ਇੱਕ ਅਗਲਾ ਬੂਟਾ ਖੜਾ ਬੰਨੇ ਤੋਂ ਉੱਤੇ ਚੰਗਾ ਭਾਰਾ ਉਹਦੇ ਮੁੰਡੇ ਥੱਲੇ ਨਾ ਗੁਰਬੜ ਕਰਨਾ। ਇਹ ਪਤਾ ਨਹੀਂ ਮਾਰ ਵੀ ਫਿਰੇ। ਮੈਂ ਕਿਹਾ ਸਿੱਖਾਂ ਦੇ ਮੁੰਡੇ ਨਾ ਹੋਣਾ। ਮੈਂ ਚੱਲ ਲਿਖੀ ਜਾਊਗੀ ਇੱਥੇ ਕੀ ਪਤਾ ਕਿਸੇ ਨੂੰ। ਅੱਛਾ ਉਹ ਜਦ ਮੈਂ ਗਾਉਂ 3 ਮੁੰਡੇ ਬੈਠੇ ਸੀ ਬੈਠੇ 6 ਮੁਸਲਮਾਨਾਂ ਜੀ ਉਹ ਮਾਨੂਪੁਰ ਦੇ ਮੁੰਡੇ ਦਾ। ਮੈਂ ਸਲਾਮ ਵਾਲੇਕੁਮ ਆ ਗਿਆ ਬਈ। ਮੈਂ ਹਾਂ ਆ ਜਾ ਫਿਰ ਮੈਂ ਕੀ ਕਰਾਂ। ਅਸੀਂ 3 ਬੰਦਿਆਂ ਚੌਥਾ ਤੋਂ ਬੈਠਾ ਤਾਂਸ ਖੇਡੀਏ। ਅੱਛਾ ਤਾਸ਼ ਕੇ ਲਈ ਤਾਂਸ ਖੇਡੀਏ ਤਾਂਸ ਫਟ ਗਏ ਮੇਰੇ। ਅੱਛਾ ਮੈਂ ਵੀ ਤੁਹਾਡੀ ਮਿਹਰਬਾਨੀ ਮੈਂ ਨਹੀਂ ਤਾਂਸ ਖੇਡਣਾ ਤੁਸੀਂ ਖੇਡੀ ਚਲੋ ਮੈਨੂੰ ਮਾਨੂਪੁਰ ਦਾ ਰਾਹ ਪਾਓ। ਕਹਿੰਦੇ ਇਹੀ ਰਾਹ ਜਾਂਦਾ ਤੋੜ। ਤੇ ਮੈਂ ਚੰਗਾ ਤੇ ਮੈਂ ਬੈਠਾ ਮੈਂ ਆਪਣੇ ਤਾਂਸ ਖੇਡੋ ਤੁਹਾਡਾ ਮਾਲ ਤੋੜਦਾ ਮੈਂ ਤਾਂ ਮਾਨੂਪੁਰ ਜਾਣਾ। ਉੱਥੇ ਕਿਹਦੇ ਵੱਲ ਜਾਣਾ ਹੈ ਉਹ ਲੰਬੜਦਾਰ ਸੀ। ਮੈਂ ਅਕਬਰਾ ਦੇ ਜਾਣਾ। ਅੱਛਾ ਜਿਹੜਾ ਕੀ ਲੱਗਦਾ ਮੈਂ ਮੇਰਾ ਬਣੋਈਆ ਲੱਗਦਾ ਹੈ ਨਾ ਮੈਂ ਕਿਤੇ ਵੀਰਾ ਨਾ ਆਇਆ ਉਹਨੂੰ ਮੈਂ ਜਾਣਦਾ ਤਾ। ਅੱਛਾ ਅਗਾ ਚਲਾ ਗਿਆ ਕੋ ਖੂਹ ਆਇਆ 2 ਬੰਦੇ ਬੱਚੇ ਕੰਬਾਈ ਰੋਟੀ ਲੈ ਕੇ ਆਈ। ਰੋਟੀ ਖਾ ਕੇ ਹੁੱਕਾ ਪੀਂਦੇ ਨੇ। ਮੈਂ ਪਾਣੀ ਪੂਣੀ ਪੀਤਾ। ਪਾਣੀ ਪੂਣੀ ਪੀ ਕੇ ਤੇ ਉਹਨਾਂ ਹੁੱਕਾ ਪੀ ਬਚਨ ਨਾਲੇ ਮਾਈ ਆ ਗਿਆ ਲਾ 2-4 ਦਿਨ ਦਾ ਰੌਲਾ ਗੋਲਾ ਨਾ ਵੀ ਰਿਆ ਤੇ ਸਾਡੀ ਕੁੜੀ ਆ ਜਾ ਕੇ ਮਿਲਿਆ ਆਵਾਂਗੇ ਰੌਲਾ ਹਟ ਜਾਣਾ। ਅੱਛਾ ਚਲ ਮੈਂ ਗੱਲਾਂ ਸੁਣ ਕੇ ਮੈਂ ਮਾਈ ਇੱਧਰ ਬੜਾ ਅਮਨ ਹੁੰਦਾ ਆਉਂਦਾ ਜੀ ਕਿਉਂ ਮੈਂ ਤੁਸੀਂ ਤਾਂ ਅੱਜ ਰਾਤ ਕੱਢਾਂਗੇ ਉਹਦੇ ਜਦ ਭੱਜਣਾ ਪਵੇ। ਚੱਲ ਕਹਿੰਦੀ ਕਿੱਥੋਂ ਆਇਆ ਤੂੰ। ਮੈਂ ਤੇ ਨਸੀਬ ਦਾ ਮਾਰਿਆ ਕਰਨਾ ਤੇ ਤੁਸੀਂ ਵੀ ਨਸੀਬ 'ਚ ਭੱਜ ਜਾਣਾ। ਅੱਛਾ ਤੂੰ ਮੇਰੇ ਨਾਲ ਕਾਹਨੂੰ ਲੜ ਰਹੀ ਹੈ। ਜਦੋਂ ਅਮਨ ਹੋਊਗਾ ਕੁੜੀ ਵੀ ਜਾ ਕੇ ਮਿਲੇਗੀ ਤੂੰ। ਅੱਛਾ ਉਹ ਮੈਂ ਫਿਰ ਤੁਰ ਪਿਆ। ਅਗਰ ਮੈਂ ਗਿਆ ਨਾ ਥੋੜ੍ਹਾ ਜਿਹੀ ਜਗ੍ਹਾ 'ਤੇ ਇਸ ਪਾਸੇ ਮਸੀਤ ਇਸ ਪਾਸੇ ਮੰਦਰ ਉੱਪਰ ਨੂੰ ਜਗ੍ਹਾ ਸ਼ਾਮੀ ਜਾਂਦੇ ਦੇਖ ਲਓ ਉਹਨੇ ਨਹੀਂ ਮੈਨੂੰ ਦੇਖਿਆ। ਅੱਛਾ ਥੜੇ ਜਾ ਕੇ ਥੜੇ ਦੇ ਬੱਚਾ ਮੈਂ ਉਹਦੇ ਮਗਲੇ ਪੈ ਜਾ ਖੜਿਆ। 15-20 ਮੁੰਡੇ ਦੇ ਡੰਡੇ ਤੇ ਬਰਸ਼ੀਆਂ ਲਈ ਖੜੇ ਜ਼ਿਆਦਾ ਹੀ ਹੋਣਾ ਨੇ। ਉੱਥੇ ਲਾਮੋ ਚਾਮੇ ਵਿੱਚ ਹੀ ਆਇਆ ਸਨ। ਅੱਛਾ ਉਹ ਆਖਣ ਗਿਆ ਯਾਰ ਮਸੀਤ ਦੇ ਕੋਲ ਨਾ ਲੈ ਜੇ ਉਹਨੂੰ ਮੂੰਹ ਕਰਕੇ ਮਰ ਜਾਣਾ ਅੱਜ ਦੇਖੀ ਜਾਊਗੀ। ਕਿਸੇ ਨੇ ਕਹਿਤਾ ਉਹ ਪਾਪੇ ਕਾਰ ਰਹੀ ਆਉਂਦੇ ਪਾਪੇ ਗਏ ਸੀ ਅੱਜ ਜਨਮ ਦੇ ਲਾਗੇ ਚੋਂ ਉਹ 6 ਮਹੀਨੇ ਤੋਂ ਪਹਿਲਾਂ ਚਲੇ ਗਏ ਸੀ। ਉਹਨਾਂ ਨੇ ਜਾ ਕੇ ਅੱਗ ਲਾਈ ਦਿੱਤੀ ਕੁੜੀ ਜਾ ਜਾਣ। ਅੱਛਾ ਹਾਂ ਸਾਡੀਆਂ ਜਨਾਨੀਆਂ ਨੂੰ ਐਂ ਕੀਤਾ ਸਾਡੀਆਂ ਜਨਾਨੀਆਂ ਨੂੰ ਐਂ ਕੀਤਾ। ਅਖੀਰ ਉਹਦੇ ਮੈਂ ਮਰ ਜਾ ਖੜਿਆ। ਉਹ ਜਦੋਂ ਮੁੜੀ ਨਾ ਉਹ ਕਾਰ ਜੀ ਐਂ ਉੱਥੇ ਬਹੁਤ ਬੜੇ ਛੱਪੜ ਬਾਬਾ 5-7 ਕੇ ਜਾ ਕੇ। ਅੱਛਾ ਉਹ ਨਾ ਪੱਠੇ ਚੱਕੀ ਜਾਵੇ ਜਵਾਰ ਦੇ ਬੰਦਿਆਂ ਨੇ ਦੇਖਿਆ ਉਹਦਾ ਜਵਾਰ ਉਹਦਾ ਜੰਡ ਬਣਾ ਲਾ ਹੋਇਆ। ਆਖਣ ਕਹਿੰਦਾ ਜਵਾਰ ਦੀ ਭਰੀ ਲਾਉਂਦਾ ਪਾਪਿਆਂ ਦੀ ਕਾਰ ਕੋਈ ਨਹੀਂ ਚਲੋ ਚੱਲੀਏ ਅੰਦਰ ਆ ਜਾ ਵੜੇ ਆਪੋ ਆਪਣੀ ਕਰਨੀ ਯਾਦ ਕਰੇ। ਚਲੋ ਜੀ ਚਲੋ ਸੌਂ ਜਾਓ। ਮੈਂ ਉਹਦਾ ਘਰ ਗਿਆ ਮੈਨੂੰ ਦੁੱਧ ਦੇਣੀ ਮੇਰਾ ਦੁੱਧ ਬਣਾਉਣਗੇ ਲੰਘੇ ਮੇਰੇ ਤੋਂ। ਖੈਰ ਜੀ ਕੋਠੇ ਦੇ ਦਾਦੋ ਮੇਰੇ ਦਾ ਮਿਲਦਾ ਮੇਰੇ ਕੋਠੇ ਮੰਜਾ ਦਾ ਤਾਂ ਅੱਧੀ ਰਾਤ ਨਾ ਪਹਿਲੇ ਲੱਗੇ ਨੇ ਇੱਕ ਮੁੰਡੇ ਆਏ 3 ਸਿਪਾਹੀ। ਅੱਛਾ ਮੂਲੇ ਵਾਲਾ ਥਾਣਾ ਸੀ। ਥਾਣੇਦਾਰ ਵੀ ਮੁਸਲਮਾਨ ਤਾਂ ਸਿਪਾਹੀ ਵੀ ਮੁਸਲਮਾਨ ਸੀ। ਉਹ ਨਾ ਪਹਿਲੇ ਨੂੰ ਆਵਾਜ਼ ਸੁਣ ਕੇ ਨਾ ਉਹਨਾਂ ਨੇ ਤਾਲਾ ਮਾਰਿਆ ਵੀ ਸਾਡੀ ਗੱਲ ਸੁਣੋ ਅਸੀਂ ਤੁਹਾਡੇ ਮੁਸਲਮਾਨ ਭਰਾ ਹੈ ਤੇ ਸਾਡੀ ਗੱਲ ਸੁਣੋ ਖਰਾਬ ਵਾਸਤੇ। ਬੰਦੇ ਆਖਣਗੇ ਕਿ ਬਹਾਨਾ ਲਾ ਕੇ ਸਾਡੇ ਕੋਲ ਨਾ ਜਾਣ। ਉਹ ਆਖਣਗੇ ਆਪਾਂ ਯਾਰ 5-7 ਬੰਦੇ ਆਏ 3 ਬੰਦੇ ਕਹਿੰਦੇ 3 ਦੇਖੀ ਜੋ ਜਿਹੜੀ ਹੋਊਗੀ ਆਉਣ ਦੋ। ਅੱਛਾ ਉਹ ਆ ਗਿਆ ਆਖਣਗੇ ਵੀ ਸਾਨੂੰ ਨਾ ਯਾਨੀ ਕੰਮ ਕਰ ਪਹਿਲਾਂ ਰੋਟੀ ਖਾਓ। ਅਸੀਂ 3 ਦਿਨ ਤੋਂ ਭੁੱਖੇ ਹਾਂ। ਅੱਛਾ ਤੇ ਸਾਡਾ ਅੱਜ 3 ਦਿਨ ਹੋ ਗਿਆ। ਸਾਡਾ ਥਾਣੇਦਾਰ ਬੱਚੇ ਲੈ ਕੇ ਚਲਾ ਗਿਆ ਪਤਾ ਨਹੀਂ ਰਾਜ ਮਾਰਤਾ ਜਾ ਕੇ ਆ ਗਿਆ। ਤੇ 1 ਮਹੀਨਾ ਪਹਿਲਾਂ ਰਫਲਾਂ ਲੈ ਲਈਆਂ ਸਾਨੂੰ ਛੋਟੀਆਂ ਫਰਾਤੀਆਂ ਸਿੱਖਾਂ ਕੋਲ ਰਫਲਾਂ ਸਨ।
ਅੱਛਾ ਤੇ ਅਸੀਂ ਤਾਂ ਕਹਿੰਦੇ ਉੱਥੇ ਚੋਰੀ ਭੱਜੇ ਹਾਂ। ਅੱਜ ਸਾਨੂੰ 3 ਦਿਨ ਹੋ ਗਏ ਪਰਸਾਂ ਦੇ ਲੋਕ ਲਾ ਕੇ ਆਉਂਦੇ ਆ। ਤੇ ਹੁਣ ਇਹ ਤੁਹਾਨੂੰ ਉਹ ਵੀ ਪਿੰਡ ਮੁਸਲਮਾਨਾਂ ਦੀ ਆ ਕੇ ਚੱਲਿਆ ਘੇਰ ਲੂੰ ਜਾਂ ਚੱਲਿਆ ਸਰਦਾਰ ਬੈਠੇ ਨੇ ਘੇਰੀਏ। ਅੱਛਾ ਆ ਬੈਠਾ ਜੀ ਅੱਛਾ ਬੇ ਹਾਂ ਭੋਲੇ ਹੋਣੀ ਅੱਛਾ ਤਾਰ ਕੋਣੀ ਉਹਨਾਂ ਦਾ ਪਿੰਡ ਦਾ ਉਹਨੇ ਆਖਿਆ ਸੀ ਮੇਰੇ ਘੇਰ ਨੂੰ ਬਾਬੂ ਹੈ ਜੀ। ਉਹ ਆਖਣਗੇ ਤੁਸੀਂ ਲਾਤ ਨਾ ਕਰੋ ਮਾਲ ਡੰਗਰ ਦਾ ਘਰ ਬੂ ਹੋਏਗਾ ਤੇ ਅੱਜ ਜਾਂ ਭਰ ਕੇ ਤੁਹਾਡੇ ਟਿਕ ਹੋ ਜਾਣਗੀਆਂ ਤੁਸੀਂ ਮਾਰੇ ਜਾਣਾ। ਅੱਛਾ ਛੱਡ ਕੇ ਨਿਕਲ ਜਾਓ ਅਸੀਂ ਵੀ ਘੇਰ ਲੂ ਚੱਲਿਆ ਤੁਸੀਂ ਵੀ ਘੇਰ ਲੂ ਆ ਜਾਓ। अब जल्दी पहले लोग ने कोठा से छाला मारियाँ गड्ढे लोग लग लगे मेरा जब फोन हो वो भी कटा लेते। अच्छा माँ कपड़े ही करेगा कहना कपड़े ने दाना पका के खावे माँ खाना कितने बनी है एक घ्यो की बलटोई वो भरा सजा जो उन्होंने फराती तो मैंने आखा गया भी कदे तू चकती कदे नहीं चकाती मैं ही करेंगे कहना खावे हम अं भी नहीं खाती जानी। खैर ਉਹਨੂੰ ਮੈਂ ਕੋ ਕਿਦਾ ਦੋ ਗਿਆ ਤੇ ਮੈਂ ਕਿਹਾ ਫੜ ਲੈ ਬਿਨਾਂ ਘਿਓ ਦੀ ਬਟੋਈ ਨਹੀਂ ਫੜਾ ਕੇ ਅੱਗੇ ਪਿੰਡ ਆ ਗਿਆ ਪਤਾ ਨਹੀਂ ਕਿਹੜਾ ਪਿੰਡ ਦਾ ਮੇਰੇ ਖਿਆਲ ਨਹੀਂ ਉੱਥੇ ਦੀਵੇ ਬੰਦ ਬੰਦਾ ਕੋਈ ਤੋਂ ਲੰਘੇ ਤੇ ਉਹ ਸੁਣ ਮੈਂ ਸ਼ਾਮ ਨੂੰ ਖੜਾ ਚਮਾਰਾਂ ਦੇ ਦੀਵੇ ਘਰਾਂ 'ਚ ਬਾਲਦੇ ਦੇ ਦੂਜੇ ਕੋਈ ਨਾ ਜਰਾ ਅੱਛਾ ਉਤੋਂ ਲੰਘੇ ਤੇ ਗਾਂ ਕੇ ਉਹਨਾਂ ਦਾ ਮਾਨਕ ਪਰ ਖੇੜਾ ਉਹ ਗੁਜਰਾਂ ਦਾ ਪਿੰਡ ਦਾ ਅੱਛਾ ਨਾ ਮਾਨਕ ਦਫੇੜਾ ਅਗਲੇ ਪਾਸੇ ਇਹਨਾਂ ਦਾ ਪਿੰਡ ਦਾ ਸਰਦਾਰਾਂ ਦਾ। ਅੱਛਾ ਜਿਹਦੇ ਬਾਅਦ ਨਾ ਉਹ ਦਫੇੜੇ ਗਏ ਨਾ ਤਾਂ ਜਿਹੜਾ ਸੀ ਬੰਦਾ ਮੇਰਾ ਭਣੋਈਆ ਉਹ ਆਪਣੇ ਭਰਾ ਨੂੰ ਆਖਣ ਗਿਆ ਉਹ ਤਾਂ ਗੱਡੇ ਬਥੇਰੇ ਖੜੇ ਨੇ ਉੱਥੇ ਤੂੰ ਜਾ ਕੇ ਕਢਾ ਦੇ ਉੱਥੇ ਕੋਲੇ ਬੈਠੀ ਮੈਂ ਫਿਰ ਆਊਂਗਾ। ਉੱਥੇ ਪਤਾ ਨਹੀਂ ਹਜ਼ਾਰਾਂ ਹੀ ਗੱਡੇ ਖੜੇ ਹਨ। ਅੱਛਾ ਕੋਈ ਗੱਲਬਾਤ ਨਾ ਉੱਥੇ ਜਾ ਕੇ ਰਾਤ ਮੀਂਹ ਲੱਗ ਗਿਆ ਪੈਣਾ ਅਸੀਂ ਨਾ 2 ਦਿਨ ਮੀਂਹ ਪੈਣ ਲੱਗ ਗਿਆ। ਅੱਛਾ ਉਹ ਜਾ ਕੇ ਅਸੀਂ ਬਹਿ ਗਏ ਘੇਲ ਤੋਂ ਇਸ ਪਾਸੇ ਬੋਰਡ ਦੇ ਹੇਠ। ਅੱਛਾ ਮੈਂ ਉਹਨੂੰ ਕਹਿੰਦਾ ਅੱਗ ਭਰਾ ਇੱਥੇ ਬਹਿਣਾ ਕੋਈ ਥਾਂ ਬਤਾਉਣਾ ਹੈ ਕਹਿੰਦਾ ਨਹੀਂ ਅਸੀਂ ਇੱਥੇ ਬੈਠਾਂਗੇ ਮੈਂ ਚੱਲਿਆ ਜੀਆਂ ਨੂੰ ਲੱਭਣ ਮਾਈ ਉਹਨਾਂ ਨੂੰ। ਅੱਛਾ ਚਾਂਦ ਕਿਤੇ ਬਜੇ ਕੁਝ ਆ ਜਾਣੇ ਮੈਂ ਮੇਰੇ ਕਹਿਣਾ ਕਹਿੰਦਾ ਤੂੰ ਜਾ ਅਸੀਂ ਇੱਥੇ ਬੈਠੇ ਹਾਂ। ਜਦੋਂ ਮੈਂ ਐਨੂੰ ਤੁਰਿਆ ਨਾ ਇਸ ਪਾਸੇ ਬਾਹਰਲੇ ਪਾਸੇ ਘੇਰ ਤੋਂ 5-7 ਕੋਠੇ ਸੀ ਉੱਥੇ ਸਾਡੇ ਪਿੰਡ ਦਾ ਇੱਕ ਬੰਦਾ ਬੈਠਾ। ਅੱਛਾ ਥਾਂ ਫਕੀਰ ਚਾਰ ਉਹਦੇ ਮੁੰਡੇ ਦੇ ਚਾਰੇ ਜਵਾਨ ਜਿਵੇਂ ਤੁਸੀਂ ਹੋ। ਅੱਛਾ ਉਹਨੇ ਮੈਨੂੰ ਦੇਖ ਲਿਆ ਉਹ ਪੁੱਤ ਮੇਰੇ ਦਿੱਤਾ ਉਰਿਆ ਕੌਣ ਹੈ ਉਰੇ ਮੈਂ हैदर बैठा है मैं कादर बैठा है मैं वो हो गया मेरी प्यार का गुजरी ਦਾ तेरी माँ तो भैन भरा कितने ने। अच्छा मैं आ गलबात हुई है कोई पता नहीं मर गए कि है नहीं मैंने कोई पता नहीं हूँ तू कि मैं अकबर नाल कहना जो तेन वो भी छड़ गया तू इत्थे आ जाइए मैं इत्थे बैठा हूँ। अच्छा तेरे भैन भरा जाते ने बाहरों खाना दाना लै आते ने तो मैं टट्ठी पेशाब भी उठा करदा जाने नहीं मैं इत्थे बहना मैं चलो ताया मैं इत्थे आ जाऊँगा अगर तेन उन्हें छड़ जाना। वो जब मैं मुड़ के फिर वो हो गया ना उसे बाकी वो पता नहीं किधर तक के बैग बोग भज गए। अच्छा मैं आगे कहने मैं ताया वही गल होगी वो छड़ गए जगह कहना जगह छड़ के फिर इत्थे ही आना रात को आ जी दिने आ जी सवेरे आ जी हूँ आ जी मैं इत्थे बैठा मैं फिर मैं चलिया बीबी माई लभन कहना जा जिथे मर्जी फिर तो इत्थे आना तू। वो जो आए नूं गया ना आए नूं बोलिया गां कि खुला जा थां आ गया तो बैठ गया 2 बूहे एक इधर नूं एक चढ़दे एक लैंदे नूं जब मैं देखो तो 2-3 के मुंडे करना मैं क्या मुंडिया नूं होना जब देखो बकरे पे करना। अच्छा क्यों रोटियां टाटियां पकाउणियां लग जाने को खुआनियां खाने उत्थे लखा ही बंदा कट्ठा होया था। अच्छा खैर मैं बैठ के बढ़ गया मैंने आंदा लै भी आ गया मैं क्या जी आ गया तो कहता बकरी लत्त पड़। अच्छा मैंने लत्त पड़ रहा क्यों मैं मेरे तो भैन भरा माँ तो निकलिया नहीं मैं तो उन्होंने लभदा करता है तो ये मेरे बाद का रोग नहीं तू किसी होर मुंडे ला ली। अच्छा वो चढ़ते पासे का नलका सी नलके आके ये भी आके बह गए अज बैठे थे आगे। अच्छा मेरे जेडे रिश्तेदार सन माई उन्होंने सारी जब मैं अल्लाह मैं लाउन आया 3 दफ़ा माँ प्यो ना लिखने हैं और 3जी दफ़ा जो फिर लभ गया। वाह उसे मैं एक थोड़ा जा गया तो पूरी छड़ के भज जाने नाना मैं आ भी जाना कोई गल नहीं उसे पानी पूनी पीता चलो आके चलिए उसे उठे तो सरदार के बूहे मुहरे चले गए जाके देखा कहना बिस्तरा गड्डियां का भरिया पिया पता नहीं चंगा तन के सरदार ने
ਆ ਤਾਰ ਕੋਲਾਂ ਦੀ ਬੁਲਿਆ ਨੇ। ਅੱਛਾ। ਹੈ ਜੀ ਇੰਜਨ ਉਹਨਾਂ ਇੱਕ ਉੱਥੇ ਸੂਬੇਦਾਰ ਸੀ ਗਰਦੌਰ ਦਾ, ਉਹਨੇ ਵੀ ਘੋੜੀ ਦੇ ਤੰਗ ਪਾਇਆ ਤੇ ਦਫਲ ਪੜੀ ਗੰਡਾਲੀ। ਅੱਛਾ। ਚੱਲ ਪਤਾ ਇੱਕ ਸਾਡਾ ਰਿਸ਼ਤੇਦਾਰ था ਤੇ ਉਹ ਵੀ ਉੱਥੇ ਬੈਠਾ, ਉਹ ਵੀ ਛੋਟਾ ਲੈ ਕੇ ਚਲਿਆ ਗਿਆ। ਤੇ ਪਿੱਛੋਂ ਆਉਂਦੇ ਸਨ ਤੁਰੇ ਉਹ 4 ਪਿੰਡ ਤੇ 4 ਪਿੰਡਾਂ ਨੇ ਉਹਨਾਂ ਸਿੱਖਾਂ ਨੂੰ ਮਾਰਿਆ ਵੀ ਕਿ ਫੌਜੀ ਉਹਨਾਂ ਕੋਲ ਮਰ ਗਿਆ। ਉਸ ਪਿੰਡ ਵਾਲਿਆਂ ਕੋਲ ਅਸਲਾ था। ਅੱਛਾ। 2-3 ਸਿਪਾਹੀ ਵੀ ਮਾਰੇ, ਕੋਈ ਬੰਦੇ ਵੀ ਮਾਰੇ ਉਹਨਾਂ ਨੇ। ਉਹਨਾਂ ਨੂੰ ਤਾਂ ਨਾਭੇ ਨਾ ਪਹੁੰਚਾਇਆ, ਉਹਨੂੰ ਦਰਕਾਰ ਦਿੱਤੀ ਤੇ ਉੱਥੇ ਮਗਰੋਂ ਫੌਜ ਆ ਗਈ। ਬਸ ਜੋ ਤੋੜ ਕੇ ਦੇ ਨੇੜੇ ਪੜੇ ਨੇ ਮਾਰੋ, ਫਿਰ ਜਾ ਕੇ ਚੜ ਕੇ ਪਤਾ ਨਹੀਂ ਉੱਥੇ ਕਿੰਨਾ ਕੁ ਮੁਲਕ ਹੁੰਦਾ। ਅੱਛਾ। ਉਹ ਜਿਹੜੇ ਸਾਡੇ ਕੋਲ ਉੱਠ ਕੇ ਗਏ ਉਹਦੇ ਜਿਹੜਾ ਸਾਡੇ ਪਿੰਡ ਰਿਸ਼ਤੇਦਾਰ ਲੱਗਦਾ ਦੂਰੋਂ ਜਿਹੜੇ, ਹਾਂਜੀ, ਉਹਦੇ ਵਿੱਚ ਗੋਲੀ ਲੱਗੀ। ਅੱਛਾ। ਪੱਟਦੇ। ਅੱਛਾ। ਖੂਨੋਂ ਖੂਨ ਹੋਇਆ। ਤੇ ਅਸੀਂ ਜੇ ਬਾਹਰੇ ਬੈਠੇ ਸਾਨੂੰ ਆਦਤ ਹੋ ਗਿਆ ਵੀ ਚਲੋ ਅੰਦਰ ਵੜ ਜਾਓ। ਅਸੀਂ ਮੁੰਡੇ ਤੇ ਬੀਬੀਆਂ ਸਾਰੀਆਂ ਅੰਦਰ ਵੜ ਗਏ। ਅੱਛਾ। ਹੈ ਜੀ ਉੱਥੇ ਬੈਠੇ ਰਹੇ। ਜੋ ਤੇਰੇ ਹਟੇ ਕੋਈ ਬੰਦਾ ਕਰ ਲਿਆ ਵੀ ਸਰਦਾਰ ਨੂੰ ਫੜ ਕੇ ਲੋਕ ਫਲਾਣੇ ਨੇ ਕੀ ਗਿਆ ਕਰ ਗਿਆ ਵੀ ਤੁਹਾਨੂੰ ਕੰਮ ਕਰ ਨਹੀਂ ਮੈਂ ਉਹਨੂੰ ਪਹੁੰਚਣਾ ਤਾਂ ਮੈਨੂੰ ਤੇਰੀ ਸ਼ਰਮ ਮਰ ਗਈ। ਅੱਛਾ। ਅੱਜ ਰਾਤੋਂ ਰਾਤ ਪਿੰਡ ਵਿਹਲਾ ਕਰਦਾ ਇੱਥੇ ਜੀ ਰਵੇ ਕੋਈ ਨਾ ਤੇ ਜਾ ਇਹਦਾ ਕੋਈ ਜਮਾਤੀ ਸੀ ਜਾ ਕੇ ਉਹਦਾ ਯਾਰ ਬੇਲੀ ਦਾ ਫੌਜ ਦਾ ਅਫਸਰ ਦਾ ਉਹਨੇ ਆਰਾਮ ਦਿੱਤਾ ਵੀ ਅੱਜ ਪਿੰਡ ਵਿਹਲਾ ਕਰ ਦਿਓ। ਅੱਛਾ। ਉਹ ਬਿਸਤਰਾ ਵੀ ਭਰਿਆ ਭਰਿਆ ਕੋਨੇ ਰਹਿ ਗਿਆ। ਅੱਛਾ। ਉਹ ਨਹੀਂ ਕਿਤੇ ਚੋਰਿਆ। ਬੀਬੀਆਂ ਬੰਦੇ ਕੁਝ ਲੱਖਾਂ ਹੀ ਪਤਾ ਨਹੀਂ 2 ਲੱਖ ਦੇ ਬੰਦੇ ਅੰਨੇ ਤੁਰ ਪਏ। ਅੱਛਾ। ਚੜ੍ਹਦੇ ਪਾਸੇ ਜਵਾਰ ਆ ਗਈ, ਉਹਦੀ ਵੀ ਤੋੜੀ ਬਣਾ ਕੇ, ਕਮਾਦ ਆ ਗਿਆ, ਉਹਦੀ ਵੀ ਤੋੜੀ ਬਣਾ ਕੇ, ਪਾਣੀ ਵੀ ਇਹਨਾਂ ਦਾ ਵਿੱਚ ਖੜਾ। ਅੱਛਾ। ਵਿੱਚੋਂ ਖੋਬ ਨਾਲ ਪੈਰਾਂ ਨਾਲ ਬੱਚੇ ਇੰਨਾ ਮੁਲਕ ਲੰਘ ਜਾ ਕੀ ਕਰਦਾ, ਕੋਈ ਕਿਸੇ ਨੇ ਸਵਾਰੀ ਨਹੀਂ ਲਈ। ਜਿਹਨਾਂ ਕੋਲ ਧੱਗੇ ਵੀ ਜੋੜੇ ਸਨ ਨਾ ਲੋਕਾਂ ਦੀਆਂ ਸਵਾਰੀਆਂ ਆਪਣੀਆਂ, ਹਾਂਜੀ, ਉਹ ਵੀ ਛੱਡ ਕੇ ਭੱਜ ਗਏ। ਅੱਛਾ। ਤੇ ਬੀਬੀਆਂ ਕੋਲ ਜਿਹਨਾਂ ਕੋਲ ਭਾਰ ਦਾ ਬਹੁਤਾ ਕਿ ਜਿਹੜੇ ਕਿੰਦਾ ਲਾਲਚੀ ਸਨ ਜਿਹੜੇ ਉਹ ਆਪਣੇ ਕੋਲੇ ਸੋਨਾ ਲਈ ਕਰੀ ਗਏ, ਪੈਸੇ ਵੀ ਲਈ ਕਰੀ ਗਏ। ਕਈਆਂ ਨੇ ਖੂਹਾਂ ਸੁੱਟ ਦਿੱਤਾ, ਛੱਪੜਾਂ ਸੁੱਟਤਾ ਵੀ ਇੱਥੇ ਜਾਂਦੇ ਮਰ ਜਾਣਾ, ਕਿਸੇ ਦੇ ਕੰਮ ਤਾਂ ਨਾ ਆਉਣਾ। ਅੱਛਾ। ਤੁਰ ਪਏ। ਤੇ ਉਹ ਜਿਹਨੂੰ ਗੋਲੀ ਲੱਗੀ ਸੀ ਨਾ ਉਹ ਬੰਦੇ ਨੂੰ ਤੁਰ ਨਹੀਂ ਸਕਦਾ, ਉਹਦੇ ਭਰਾ ਕੋਲ ਚੱਕ ਕੇ ਲੈ ਜਾਂਦੇ ਆਖਣ ਜਾਂਦੇ ਤੁਸੀਂ ਜਾਓ। ਉਹ ਚਲੇ ਗਏ। ਭਰਾ ਨੂੰ ਉੱਥੇ ਛੱਡ ਗਏ? ਉਹ ਕਹਿੰਦੇ ਰਹੇ ਚੱਲ ਤੈਨੂੰ ਚੁੱਕ ਕੇ ਲੈ ਜਾਂਦੇ, ਕਹਿੰਦਾ ਨਹੀਂ ਤੁਸੀਂ ਮੈਨੂੰ ਰਹਿਣ ਦਿਓ ਇੱਥੇ ਤੁਸੀਂ ਜਾਓ। ਉਹ ਆਪਣੇ ਤੁਰ ਪਏ ਨੇ। ਜਿੱਥੋਂ ਲੰਘਣ ਤੇ ਉੱਥੋਂ ਨਾ ਤੂੜੀ ਬਣਾਈ ਆਉਣਾ, ਕਮਾਦ ਆ ਜਾ, ਜਵਾਰ ਆ ਜਾ, ਫਨਾਹ ਕਰੀ ਆਉਣਾ। ਅੱਛਾ। ਪਤਾ ਨਹੀਂ 2 ਲੱਖ ਬੰਦਾ ਤਾਂ ਪਤਾ ਨਹੀਂ 4 ਲੱਖ ਬੰਦਾ ਤਾਂ ਉੱਥੇ ਇਕੱਠਾ ਹੋਇਆ। ਉਹਨੂੰ ਨਾ ਸਵੇਰ ਵਾਸਤੇ ਕਿਹਾ ਹੰਸਾਰ ਦੇ ਬੱਚੇ ਜੋੜੇ ਹੋਏ ਤੇ ਜੋਤਾਂ ਨਾਲ ਪੈ ਜਾ ਤੇ ਗੱਡੀ ਬਣੀ ਬਣਾਈ ਲੱਭ ਗਈ ਉਹਨੂੰ ਖੜੀ, ਉਹ ਵੀ ਛੱਡ ਕੇ ਭੱਜ ਗਈ। ਉਹਨੇ ਹੌਲੀ ਹੌਲੀ ਸੋਚੇ ਤੇ ਸਾਰੇ ਨਾ ਉੱਤੇ ਚੜ ਗਿਆ। ਅੱਛਾ। ਨੱਥਾਂ ਫੜ ਲਈਆਂ, ਪਤਾ ਨਹੀਂ ਜਾਂ ਕਿਸੇ ਨੇ ਬਤਾਤਾ ਜਾਂ ਆ ਕੇ ਬਹਿ ਗਿਆ, ਉਹਨੇ ਹਿੰਮਤ ਕੀਤੀ ਹੈ। ਉਹ ਜਿੱਦੋਂ ਦੁਨੀਆ ਜਾਂਦੀ ਨੇ ਪੈਸਾ ਦੇ ਹਾਂਜੀ ਉਦੋਂ ਨੂੰ ਲਗਾ ਗਿਆ, ਉੱਥੇ ਜਦੋਂ ਲੰਘਦੇ ਪੂਰੀ ਬਣਾ ਦਿੰਦੇ ਨੇ। ਅਸੀਂ ਜੇ 2 ਰਾਤਾਂ ਨਾ 3 ਰਾਤਾਂ ਤੇ 2 ਦਿਨ ਤੁਰਦੇ ਰਹੇ, 3 ਦਿਨ ਤੁਰਦੇ ਹੀ। ਅੱਛਾ। ਉੱਥੋਂ ਮੀਂਹ ਪਈ ਜਾਣਾ, ਪਾਣੀ ਹੋਣਾ। ਤੁਰੇ ਇੱਕ ਥਾਂ ਮਾੜਾ ਜਿਹਾ ਉੱਚੀ ਜਗ੍ਹਾ ਇੱਕ ਪਾਣੀ ਬਰਸਾਤੀ ਨਾਲਾ ਤਾਂ ਉੱਥੇ ਮੈਂ ਬੈਠਾ ਹੀ ਸੌਂ ਗਿਆ, ਮੀਂਹ ਪੈਂਦਾ ਹੀ। ਅੱਛਾ। ਅੱਗੇ ਫਿਰ ਤੁਰ ਪਏ ਤੇ ਕੁਝ 5-7 ਕਰੋ 20 ਮਿਲ ਗਿਆ ਕਿ 30 ਮਿਲ ਗਿਆ, ਐਂ ਚਲੇ ਗਏ ਪਾਰ ਨੂੰ। ਅੱਛਾ। ਗਾਂ ਜੋੜ ਪਿੰਡ ਆਏ ਤੇ ਜਗ੍ਹਾ ਬੜੀ ਉੱਚੀ ਅੱਗ ਲੱਗ ਲੈ ਵੀ 2 ਪਿੰਡ ਇਕੱਠੇ ਇੱਕ ਇਸ ਪਾਸੇ ਇੱਕ ਇਸ ਪਾਸੇ ਜਗ੍ਹਾ ਕਿ 15-20 ਕਿੱਲੇ ਦੁਆਲੇ ਵਿਹਲੀ ਪਈ। ਅੱਛਾ। ਬੰਦੇ ਉੱਥੇ ਜਾ ਕੇ ਸਲਾਮ ਕੀਤਾ, ਰਾਤਾਂ ਕੱਟੀਆਂ 2 ਤੇ 2 ਦਿਨ ਉਹ 3 ਦਿਨ ਉਹ ਵੀ ਲੱਗ ਪਿਆ। ਉਹ ਗੱਡੀ ਵਾਲਾ ਜਿਹੜਾ ਇੱਥੇ ਗੋਲੀ ਲੱਗੀ ਸੀ। ਅੱਛਾ। ਉਹ ਵੀ ਆ ਗਿਆ ਰਾਹ ਦੇ ਮਗਰ ਉਹ ਬੰਦੇ ਨੇ ਉੱਠਦਿਆਂ ਗੱਡੀ ਆ ਜਾਣ, ਗੱਡੀ ਧਿਆਨ 'ਚ ਰੌਲਾ ਪੈ ਗਿਆ ਉੱਥੇ। ਗੱਡੀ ਸਾਡੀ ਹੈ ਜੀ, ਸਾਨੂੰ ਦੋ। ਅੱਛਾ। ਤੁਸੀਂ ਇੱਥੇ ਛੱਡਿਆ ਤੇ ਘੇਰ ਕੇ ਤੁਸੀਂ ਛੱਡ ਕੇ ਜੀ ਤੁਹਾਡੀ ਲੈ ਕੇ ਹੀ ਆਏ, ਹੁਣ ਇਹਦੇ ਕੋਲ ਰਹਿਣ ਦਿਓ, ਮਜ਼ਦੂਰ ਬੰਦਾ ਨਹੀਂ ਅਸੀਂ ਨਹੀਂ ਜਾਣੀ। ਉਹ ਰੌਲਾ ਪੈ ਗਿਆ, ਉਹ ਆਖਣ ਗਿਆ, ਇੱਕ ਬੰਦਾ ਸਿਆਣਾ ਆਖਣ ਗਿਆ ਵੀ ਇੱਥੇ ਕਿਹਨੇ ਜਾਣੀਆਂ ਗੱਡੀ ਲੈ ਕੇ, ਇਹ ਤਾਂ ਹੁਣ ਬਹਿ ਕੇ ਆ ਗਿਆ, ਗਾਹਾਂ ਪਤਾ ਨਹੀਂ ਕੀ ਨਸੀਬ 'ਤੇ ਪੈਣੀ ਹੈ, ਜਾਣਾ ਕਿ ਨਹੀਂ ਜਾਣਾ, ਛੱਡ ਦਿਓ ਗੱਡੀ। ਉਹ ਗੱਡੀ 'ਤੇ ਫਿਰ ਤੁਰ ਪਏ। ਇੱਕ ਸਾਨੂੰ ਪਿੰਡ ਆ ਗਿਆ ਮਾਨਕਪੁਰ ਖੇੜਾ, ਉੱਥੇ ਬੰਦੇ ਕੁਲੀਆਂ ਲਾਉਣ ਲੱਗੇ। ਅੱਛਾ। ਜੈਲਦਾਰ ਦੇ ਉੱਥੇ ਪਿੰਡ ਦਾ ਹੈ ਸੀ ਰਾਜਪੂਤ, ਉਹ ਰਾਜਪੂਤਾਂ ਦੇ ਪਿੰਡ ਦੀ ਆ ਬੱਚੇ ਨੇ ਪੁਲ ਦੇ ਅਗਲੇ ਪਾਸੇ ਬਿਨੀ ਵਾਲੇ ਦੇ। ਅੱਛਾ। ਕਿਹੜਾ ਪਿੰਡ ਸੀ ਉਹ? ਮਾਨਕਪੁਰ ਖੇੜਾ। ਅੱਛਾ। ਮਾਨਕਪੁਰ ਖੇੜਾ। ਹਾਂ। ਉਹਨਾਂ ਜੋ ਕੁਲੀਆਂ 2-4 ਮੁੰਡਿਆਂ ਨੇ ਲਾਈਆਂ, ਗੁਜਰਾਂ ਦੀਆਂ ਨੇ, ਜੱਟਾਂ ਦੀਆਂ ਨੇ, ਕੋਈ ਮੁਲਕ ਬੜਾ ਗਾ। ਉਹ ਆਖਣ ਗਿਆ ਜੀ ਸਾਨੂੰ ਦੁਕਾਨਾਂ ਵੀ ਬੰਦ ਕਰਾ ਦਿੱਤੀਆਂ ਜੈਲਦਾਰ ਨੇ ਤੇ ਚੱਕੀ ਵੀ ਬੰਦ ਕਰਾ ਦਿੱਤੀ। ਜੇ ਲੋਕ ਉੱਜੜ ਆਏ ਨੇ ਤੇ ਸਾਨੂੰ ਵੀ ਆ ਜਾਣਗੇ ਤੇ ਇੱਥੇ ਕੋਈ ਸ਼ੈ ਨਾ ਇੱਥੇ ਨਾ ਬਹਿਣ ਦਿਓ ਤੇ ਨਾ ਕੋਈ ਸ਼ੈ ਮਿਲੇਗਾ ਨਾ। ਅੱਛਾ। ਖੈਰ ਹੈ
ਉਹ ਬੰਦਿਆ ਗੱਲ ਗਏ ਵੀ ਅਸੀਂ ਸਫਰ ਦੇ ਮਾਰੇ ਆ, ਸਾਡੀ ਤੁਸੀਂ ਮਦਦ ਕਰਨੀ ਸੀ, ਸਾਡੀਆਂ ਤੁਸੀਂ ਚੱਕੀਆਂ ਵੀ ਬੰਦ ਕਰਤੀਆਂ, ਦੁਕਾਨਾਂ ਵੀ ਬੰਦ ਕਰਤੀਆਂ ਕਿ ਸਾਡੇ ਜਾਇਦਾਦ ਨੇ ਕਿਹਾ ਕਿ ਨਹੀਂ ਬੰਦ ਕਰਨਾ, ਕੁੱਲੀਆਂ ਹੀ ਪੱਟ ਲਓ ਆਪਣੀਆਂ। ਕੁੱਲੀਆਂ ਵੀ ਪਟਾਤੀਆਂ, ਗਾਹਾਂ ਕੱਢ ਕੇ ਕੋਈ ਸ਼ਾਨਾ ਲੱਭਿਓ ਤਾਂ तो पैसा ना किसी कईयों को पैसे थे वो खरीद लेंदे होने भुखे मरदियां नहीं खाना था है जी। अगे जाना गए ना कि दूजे पिंड अगले पिंड सन राजा के 3 पिंड वो चौड़ा किला के चौड़ा से डूंगा बड़ा सुक्का पर जो लंघे सी रात को ज्यों पिया मीह अगले पासे लंघे वो राजा ने बड़ा काम नहीं किया साढ़े नाल या थोम कणक गंढे जो लभदा खाई चलो ਅਸੀਂ ਖਰਾ ਤੁਹਾਡੇ ਨਾਲ ਹੀ ਨਹੀਂ ਜਾਣਾ, ਤੁਸੀਂ ਜਿਹੜੇ ਪਿੰਡਾਂ ਖਰਾ ਸਾਨੂੰ ਵੀ ਜਾਣਾ ਪੈ ਜਾਏ ਉੱਥੇ ਜਿਹੜੇ ਰਹੇ ਜੀ 2 ਰਾਤਾਂ 3 ਰਾਤਾਂ ਰਹੇ ਉਹਨੇ ਬੜਾ ਲੋਕਾਂ ਨੇ ਕੰਮ ਕੀਤਾ। ਅੱਛਾ ਉਹ ਜਦੋਂ ਅਸੀਂ ਪਾਰ ਲੱਗੇ ਨਾ ਰਾਤ ਨੂੰ ਮੀਂਹ ਪੈ ਗਿਆ, ਉਹ ਜਰਾ ਸੀ ਨਾ ਬਰਸਾਤੀ ਨਾਲਾ ਪਾਣੀ ਬਾਹਰ ਕੱਢਣ ਲੱਗ ਗਿਆ। ਅੱਛਾ ਉਹ 30 ਦਿਨ ਉਹ ਜਾਇਦਾਦ ਜਿਵੇਂ ਭੱਜਣਾ ਪੈ ਗਈਆਂ। ਅੱਛਾ ਉਹ ਬੁਰਕੇ ਲੈ ਰਾਜਪੂਤਾਂ ਨੇ ਲੈ ਕੇ ਤੇ ਆ ਗਏ ਖੜ ਗਏ ਉੱਥੇ ਤੇ ਤਰਲੇ ਲੈਣ ਸਾਨੂੰ ਲਿਖਾਓ ਫਿਰ ਮੁੰਡੇ ਦਾ ਗੱਲ ਯਾਰ ਲਿਖਾਓ ਇਹਨਾਂ ਦੀ ਕੁੜੀਆਂ ਦਾ ਕੋਈ ਗੰਦਾ ਨਹੀਂ ਗੰਦਾ ਤੇ ਬਣ ਜਾਂਦਾ। ਉਹਨਾਂ ਨੇ ਅੰਦਰ ਕਿੱਲੇ ਕੁੱਲੇ ਗੱਡੇ ਜਾਂ ਕੋਈ ਦੁੱਖ ਬੂਟਾਂ ਨੇ ਬੰਨੇ ਤੇ ਲੰਮੀਆਂ ਰਾਈਆਂ ਦੇ ਘਰਾਂ ਚੋਂ ਰਸੇ ਲਾਂਗੇ ਉਹ ਪਾਰ ਗਏ ਆਖਣ ਗਏ ਵੀ ਇਸ ਤਰ੍ਹਾਂ ਬੰਦਿਆਂ ਤੇ ਚੱਲ ਖਾ ਲਾਂਗੇ, ਕੁੜੀਆਂ ਤੋਂ ਚੱਲ ਖਾਓ ਤੇ ਉਹ ਫਿਰ ਲਿਖਾ ਲਏ ਸਾਰੇ ਸੂਰੇ 3 ਰਾਤਾਂ ਲੈ ਕੇ ਤੇ ਫਿਰ ਤੁਰ ਪਏ। ਫਿਰ ਸਾਹਮਣੇ ਰਾਹ ਦੇ ਵਿੱਚ ਫਿਰ ਇੱਕ ਥਾਂ ਜਾ ਕੇ ਸਫ਼ਰ ਕੀਤਾ। ਅੱਛਾ ਅੱਗੇ ਆਉਣਾ ਘੱਗਰ ਜਦ ਆ ਕੇ ਜੋ ਮੁੜ ਕੇ ਦੇਖਿਆ ਨਾ ਉਹਦਾ ਭੈਣ ਦੀ ਆਫਤ ਸੀ ਉਹਨੂੰ ਬੋਲਦੇ ਨੇ ਘੱਗਰ। ਅੱਛਾ ਇੱਧਰ ਪੱਕੀ ਸੜਕ ਦੀ ਲਾਰੀਆਂ ਦੀ ਅੱਗੇ ਜਾ ਕੇ 2-3 ਕਿੱਲੇ ਲੈਣ ਸੀ ਗੱਡੀ ਦੀ ਜਿਸ ਬਾਤ ਜੀ ਆ ਕੇ ਸਾਹਮਣੇ ਇੱਥੇ ਵੱਢ ਕੇ ਸੁੱਟ ਦੇਣਾ। ਅੱਛਾ ਫਿਰ ਉਹ ਦੇਸੀ ਚੰਗਾ ਦਾ ਵਾਲੇ ਦਾ ਥਾ ਖਤਰੀ ਤੇ ਉਹਦੀ ਮਾਂ ਨੇ ਕਿਹਾ ਦਾ ਪੁੱਤਰ ਮੁਸਲਮਾਨਾਂ ਦਾ ਬੁਰਾ ਨਾ ਮੰਗੀ। ਵਾਹ ਉਹਨੇ ਬੜੀ ਹਵਾਤ ਕੀਤੀ ਉੱਥੇ, ਬੜੀ ਗੱਲ ਹੈ ਜੀ। ਠੀਕ ਹੈ ਜੀ, ਉਹਨੇ ਬੰਦੇ ਕਰ ਲਏ ਜੇ ਪਹਿਲਾਂ ਤਾਂ ਸਾਡੀਆਂ ਕਿ ਛੋਟਾ ਖੋਲ ਜਾਣ ਕਦੀ ਕੋਈ ਪੁੱਛ ਗਈ ਹੋਵੇ ਚੱਕ ਜੇ ਬੜੇ ਜਿਹੇ ਖੜੇ ਖੋਈ ਜਾਣ। ਜਦ ਉਹਨਾਂ ਦਾ ਪਤਾ ਲੱਗਿਆ ਵੀ ਫੌਜ ਆ ਗਈ ਵਾਲੇ ਜੀ ਸਭ ਭੱਜ ਗਏ। ਅਸੀਂ ਬਾਅਦ ਜਦੋਂ ਜਾਣਾ ਦੇਖਿਆ ਨਾ ਉਹਦੇ ਨਾਲ ਨਾ ਕੁੜੀ ਦਾ ਪੁੱਲ ਦੇ ਨਾਲੀਆਂ 'ਚ ਟੱਕਰਾਂ ਪੈਣ ਪਾਣੀ ਦੀ। ਅੱਛਾ ਦੁਆਲੇ ਸੜਕ 'ਤੇ ਇੰਨਾ ਪਾਣੀ ਨਹੀਂ ਪਾਣੀ ਚਾਨ ਮਾਰਿਓ ਪਾਣੀ ਪੀਰੇ ਬਰਸਾਤਾਂ ਬੜੀਆਂ ਪਈਆਂ। ਖੈਰ ਜੇ ਅਸੀਂ ਹਵਾਲੇ ਚਲੇ ਗਏ ਸਾਡਾ ਸਕੂਲ 'ਚ ਜਰਾ ਲੱਗ ਗਿਆ। ਸਾਨੂੰ ਉੱਥੇ 5-7 ਦਿਨ ਰੋਟੀ ਜਾਂਦੀ ਪੱਕੀ ਪਕਾਈ ਜਾਂਦਾ ਰਿਹਾ ਜੀ। 20 ਦਿਨ ਰੁਪਏ ਸਾਨੂੰ ਉੱਥੋਂ ਆਜ਼ਾਦ ਮਿਲ ਗਈ ਵੀ ਉਹ ਸਾਡੇ ਕੋਲ ਪਾਰ ਚਲੇ ਜਾਓ। ਡੋਗਰੀ ਫੌਜ ਦਾ ਸਾਡੇ ਦਾ ਪੈਰਾ ਲੱਗ ਗਿਆ ਨੇਪਾਲੀਆਂ ਦਾ। ਅੱਛਾ ਉਹ ਅਸੀਂ ਇੰਝ ਕੈਂਚੀ ਇੰਝ ਸੜਕ ਜਾਂਦੀ 3-4 ਮੀਲ ਇੱਧਰ ਜਾਂਦੀ ਸੀ, ਇੱਕ ਉੱਧਰੋਂ ਆਉਂਦੀ ਸੀ ਸਿਮਲੇ ਆਉਂਦੀ ਸੀ, ਉਹ ਅੰਬਾਲੇ ਨੂੰ ਆਉਂਦੀ ਸੀ। ਵਿਚਕਾਰ ਬਾਗਸਾਨ ਕੋਈ ਵਿਹਲੀ ਜਗ੍ਹਾ ਪਈ ਸੀ, ਉੱਥੇ ਖੂਹ ਸਨ, ਉੱਥੇ ਸਾਨੂੰ ਆਰਡਰ ਹੋਇਆ ਉੱਥੇ ਚਲੋ। ਉੱਥੇ ਜਾ ਕੇ ਬਹਿ ਗਏ ਸੀ ਅਤੇ ਜਿਸ ਬਸ ਬੰਦੇ ਪਾਣੀ ਕੱਢਣ ਲੱਗ ਜਾਣ ਨਾ ਪਾਣੀ ਮੁੱਕ ਜਾ ਕਰੇ ਖੂਹਾਂ ਦਾ। ਉਹਦੇ 'ਚ ਕੋਈ 15 ਕੋਈ 20-30 ਖੂਹ ਸੜ ਕੇ ਸਨ, ਕਈ ਮੀਲ ਲੰਮਾ ਦਾ, 2-3 ਮੀਲ ਚੌੜਾ ਦਾ। ਅਤੇ ਥੋੜ੍ਹੀ ਜਿਹੀ ਇਸ ਪਾਸੇ ਜਗ੍ਹਾ ਪਈ ਸੀ ਦੇ ਬਾਅਦ ਅਸੀਂ ਸਾਨੂੰ ਕੋਈ 2 ਮਹੀਨੇ 2.5 ਮਹੀਨੇ ਹੋ ਗਏ ਅਤੇ ਫਿਰ ਉੱਥੇ ਬੱਚਿਆਂ ਨੂੰ ਅਤੇ ਫਿਰ ਅੰਬਾਲੇ ਦੇ ਲੋਕ ਆਏ ਉੱਠ ਕੇ। ਅੱਛਾ ਉਸ ਇਲਾਕੇ ਦੇ ਗੱਡੇ ਲੈ ਕੇ ਆਏ, ਮਾਲ ਡੰਗਰ ਲੈ ਕੇ ਆਏ, ਭੇਡ ਬੱਕਰੀ ਲੈ ਕੇ ਆਏ ਅਤੇ ਅੱਗੇ ਆ ਗਈ ਕੁਰਬਾਨੀ। ਸਿੱਖਾਂ ਨੇ ਉਹਨੂੰ ਡੀਸੀ ਨੂੰ ਆਖਿਆ ਵੀ ਅਸੀਂ ਇਹਦੇ 'ਤੇ ਹਮਲਾ ਕਰ ਦਿੰਦੇ ਹਾਂ, ਗਾਲਾਂ ਖਾਣੀਆਂ ਨੇ। ਉਹ ਗੱਲ ਗਈ ਜੇ ਗਾਲਾਂ ਖਾਣਗੇ ਤਾਂ ਸਾਨੂੰ ਸਬੂਤ ਕਰ ਦਿਓ। ਅੱਛਾ ਉਹਨੇ ਆਖਿਆ ਵੀ ਚਾਚੀ ਨੇ ਆਜ਼ਾਦ ਦੀ ਵੀ ਕੁਰਬਾਨੀ ਨਹੀਂ ਕਰਨੀ ਬਗੈਰ ਮੇਰੀ ਆਜ਼ਾਦ ਤੋਂ, ਭੇਡ ਬੱਕਰੀ ਕਰੀ ਜਾਓ। ਡੋਗਰਿਆਂ ਨੂੰ ਆਖਦਾ ਸੀ ਪੂਰਾ ਮੁਕੰਮਲ ਪੈਰਾ ਲਾਉਣਾ ਕਿ ਸਿੱਖ ਵਾਰਦਾਤ ਨਾ ਕਰ ਜਾਣ। ਅੱਛਾ ਇਸ ਪਾਸੇ ਟੈਸਾਂ ਦਾ ਅਤੇ ਇਸ ਪਾਸੇ ਡੋਗਰਿਆਂ ਨੇ ਫਿਰ ਗ੍ਰਿਫਤ ਕੀਤੀ ਆਪਣੀ, ਉੱਧਰ ਵੀ ਇੱਧਰ ਵੀ। ਇਸ ਪਾਸਿਓਂ ਭਾਰਾ ਵਾਲੇ ਪਾਸਿਓਂ 3 ਸਿੱਖ ਅਤੇ ਇੱਕ ਨਾਲ ਉਹਨਾਂ ਨੇ ਚਮਾਰ ਲਿਆ, ਇੱਕ ਬੈਠ ਫੜੀ। ਇਸ ਪਾਸੇ ਲੈਣ ਤੋਂ ਲਿਖਾਉਣ ਲੱਗੇ ਅਤੇ ਉਹ ਡੋਗਰਾ ਕਹਿੰਦਾ ਮੈਂ ਫੈਰਿੰਗ ਕਰ ਦੇਵਾਂ, ਕਹਿੰਦਾ ਨਾ ਫੈਰ ਕਹਿੰਦਾ ਕਰੀ ਅਜੇ ਅਜੇ ਦੇਖੋ ਕਿ ਉਹ ਅਗਲੇ ਪਾਸੇ ਲੈਣ ਤੋਂ ਜਗ੍ਹਾ ਵਿਹਲੀ ਪਈ 15-20 ਕਿੱਲੇ। ਅੱਛਾ ਅਗਾਂਹ ਕਰਕੇ ਉਹਨਾਂ ਨੇ ਲਿਖਿਆ ਤੂੰ ਜੋਤਾ ਲਾਉਣ ਤੋਂ ਡਿਗੇ ਨਾ ਜਾਂ ਡਿਗਦੀ ਜਾਓ। ਉਹਨਾਂ ਨੇ ਕਾਬੂ ਕੀਤੀ, ਉਹਨਾਂ ਜਦੇ ਫੈਰਿੰਗ ਕਰਤੀ। ਅੱਛਾ ਉਹ ਚਮਾਰ ਵੀ ਮਰ ਗਿਆ, 2 ਸਿੱਖ ਵੀ ਮਰ ਗਏ, ਕਿੰਨੇ ਭੱਜ ਗਿਆ। ਫਿਰ ਉਹਨਾਂ ਨੇ ਦੱਸਿਆ ਡੀਸੀ ਨੂੰ ਬੈਲੈਂਸ ਕਰਕੇ ਤੂੰ ਬੈਲੈਂਸ ਮੋਬਾਈਲ 'ਤੇ ਆ ਜਾਣਾ ਵੀ ਆਹ ਵਾਰਦਾਤ ਹੋ ਗਈ, ਆ ਕੇ ਦੇਖ ਲੈ। ਉਹਨੇ ਆਪਣੀ ਬੰਦੇ ਇਕੱਲੇ ਆ ਕੇ ਦੇਖਿਆ ਜੀ ਬਾਕੀ ਬੈਠ ਪਈ ਹੈ, ਜੋਤ ਲੱਗਿਆ ਉਹਨੂੰ, ਤਕਬੀਰ ਨਹੀਂ ਪਈ।
ਤੇ ਉਹਦੇ ਬੰਦੇ ਵੀ 3 ਮਰੇ ਪਏ ਨੇ। ਹੂੰ। ਫਿਰ ਸਿਬਲ ਨੇ ਐਲਾਨ ਕਰਤਾ ਵੀ ਜੋ ਤੁਹਾਨੂੰ ਲੱਭਦਾ ਖਾਈ ਜਾਓ। ਅੱਛਾ। ਉਹ ਈਦ ਉਦ ਕੀਤੀ, ਈਦ ਦੇ ਬਾਅਦ ਫਿਰ ਅਸੀਂ ਨਾ ਤੁਰਕੀ ਅੰਬਾਲੀਓਂ ਸਫ਼ਰ ਕਰਕੇ ਇੱਥੇ ਆਏ ਹਾਂ। ਹੂੰ। ਅੰਬਾਲੀਓਂ ਤੁਰੇ ਪੈਦਲ ਹੀ ਆਉਂਦੇ ਰਹੇ ਹਾਂ। 10 ਮੀਲ ਦਾ ਪੜਾਅ ਹੁੰਦਾ ਤੇ ਉਦੋਂ ਦੁਨੀਆ ਉੱਠਦੀ ਹੁੰਦੀ ਸੀ, ਉੱਧਰ ਬਹਿਦੀ ਹੁੰਦੀ ਸੀ। ਸਹੀ ਹੋ ਗਿਆ। ਤੇ ਫਿਰ ਅਸੀਂ ਆ ਗੰਦਾ ਸਿੰਘ ਦੀ ਸਾਈਡ ਤੋਂ ਆਏ ਕਸੂਰ ਨੂੰ। ਅੱਛਾ, ਕਸੂਰ ਆਏ। ਹਾਂ, ਉਹਦੇ ਸਾਨੂੰ ਖਤਰਾ ਹੂੰ। ਅੰਬਰ ਸਾਨੂੰ ਚੜ੍ਹਦੀ ਸਿੱਖਾਂ ਦਾ। ਸਹੀ। ਉਹ ਫਿਰ ਸਾਨੂੰ ਲੁਧਿਆਣਾ ਹੋਣਿਆ ਨਾ ਪਹਿਲੇ ਕਸੂਰ ਨੂੰ ਲਿਆਏ। ਅੱਛਾ ਅੱਛਾ। ਹਾਂ। ਅੱਛਾ ਬਾਬਾ ਜੀ, ਕਸੂਰ ਆ ਕੇ ਜਦੋਂ ਕਸੂਰ ਪਹੁੰਚ ਗਏ, ਤੁਸੀਂ 3 ਵਾਰੀ ਆਪਣੇ ਮਾਂ ਪਿਓ ਨਾਲ ਵਿਛੜੇ ਵੀ। ਉਹ ਤੇ ਪਿੱਛੇ ਹੀ ਬਚੇ ਨੇ ਨਾ, ਪਿੱਛੇ। ਇੱਥੇ ਇਕੱਠੇ ਰਹੇ। ਫਿਰ ਉੱਥੇ ਦੂਸਰਾ ਮੁਲਾਕਾਤਾਂ ਵੀ ਤੁਹਾਡੀਆਂ ਹੁੰਦੀਆਂ ਰਹੀਆਂ। ਅੱਲਾ ਕਰਦਾ ਰਿਹਾ। ਬੜਾ ਸਫ਼ਰ ਤੁਸੀਂ ਕੀਤਾ ਹਾਂ ਤਾਂ। ਯਾਰ, ਤੇ ਹੁਣ ਕਦੀ ਉਹ ਆਪਣਾ ਪਿੰਡ ਯਾਦ ਆਇਆ? ਕੋਈ ਖਿਆਲ ਤੇ ਆਉਂਦਾ ਪਰ ਹੁਣ ਸਾਡਾ ਵਾਕਈ ਵੀ ਕੋਈ ਨਹੀਂ ਉੱਥੇ। ਹੂੰ। ਸਾਡੇ ਬੁੜੇ ਜਾਂਦੇ ਰਹੇ ਨੇ ਮੁੜ ਕੇ ਫੇਰ। ਅੱਛਾ, ਜਾਂਦੇ ਰਹੇ ਨੇ। ਹਾਂ, ਸਹੀ ਹੋ ਗਿਆ। ਉਹ ਵੀ ਇਸ ਵਾਸਤੇ ਜਾਂਦੇ ਰਹੇ ਨੇ, ਮੇਰੀਆਂ ਨਾ ਤਾਈ ਦੀਆਂ ਤਿੰਨ ਦੇ ਪਿੱਛੇ ਰਹਿ ਗਈਆਂ ਸਨ। ਅੱਛਾ। ਸਿੱਖ ਲੈ ਕੇ ਪੜ ਕੇ ਉਹਨਾਂ ਵਾਸਤੇ ਜਾਂਦੇ ਰਹੇ ਨੇ। ਤਿੰਨੇ ਉਹਨੇ ਲੈ ਆਂਦੀਆਂ ਗੱਲ ਕੋਈ ਲੈਂਦੀਆਂ ਸੀ? ਲੈ ਆਂਦੀਆਂ ਸਨ। ਕਿੰਨੇ ਸਾਲਾਂ ਬਾਅਦ ਲੈਂਦੀਆਂ ਸੀ? ਇਹ 2 ਤੇ ਬਾਲ ਬੱਚੇ ਦਾ ਨਹੀਂ ਸੀ, ਪਹਿਲੇ ਲੈ ਆਂਦੀਆਂ ਜੇ ਕਿ ਬਾਲ ਬੱਚੇ ਦਾ ਹੋ ਗਈ ਜੋ ਉੱਪਰ ਪੁਲਿਸ ਲਿਆ ਕੇ ਤੇ ਫਿਰ ਜਾ ਕੇ ਛਾਪਾ ਮਾਰਿਆ ਲਾ। ਅੱਛਾ, ਫਿਰ ਲੈਂਦੀਆਂ ਸੀ। ਲੈ ਆਂਦੀਆਂ ਸਨ। ਬੱਚੇ ਵੀ ਲਿਆਂਦੇ ਸੀ ਨਾਲ? ਹੈਂ? ਬੱਚੇ ਵੀ ਨਾਲ ਬੱਚੇ ਲਿਆਂਦੇ? ਕੋਈ ਨਹੀਂ ਸੀ ਜਾਂਦੇ, ਬੱਚੇ ਵੀ ਕਰਨੇ ਨਹੀਂ ਜਾਂਦੇ। ਅੱਛਾ ਅੱਛਾ। ਬੜੀ ਦੁਖੀ ਦਾਸਤਾਨ ਸੀ ਤੁਹਾਡੀ। ਬੜਾ ਤੁਸੀਂ ਦੁੱਖ ਵੇਖੇ ਨੇ। ਬੜੀਆਂ ਨਸੀਹਤਾਂ ਕਰਨੀਆਂ। ਇਹਨੇ ਦੱਸਿਆ ਵੀ ਰਾਤਾਂ ਨੂੰ ਤੁਰਨਾ ਤੇ ਦਿਨੇ ਲੁਕਣਾ। ਹੁਣ ਕਦੀ ਯਾਦ ਤੇ ਨਹੀਂ ਆਈ ਉਹ ਸਫ਼ਰ ਦੀ, ਆਪਣੇ ਕਦੀ ਸੁੱਤੇ ਪਿਆ? ਆਉਂਦੀ ਹੈ ਜੀ। ਉਹ ਸਭ ਜਦੋਂ ਆਉਂਦਾ ਸਾਡਾ ਦਿਲ ਤੰਗ ਹੋ ਜਾਂਦਾ। ਕਸੋਲੋ ਗਾਰ ਦੇ ਜਦੋਂ ਦੇਖੀ ਨਾ, ਹਾਂਜੀ, ਸਾਡਾ ਦਿਲ ਤੰਗ ਹੋ ਜਾਂਦਾ। ਓਏ ਹੁਣ ਭੈਣ ਭਰਾ ਕੋਲ ਮਾਰਦੇ ਉਹਨੇ ਧੀਆਂ ਦੀਆਂ ਤੇ ਧੀਆਂ ਫੜ ਕੇ ਲੈ ਜਾਣ ਤੇ ਫਿਰ ਉਹਨਾਂ ਦੀ ਬੇਵਾਹੀ ਹੁੰਦੀ ਹੈ। ਹੋਏ ਅੱਖਾਂ ਦੇ ਸਾਹਮਣੇ। ਹਾਂਜੀ ਹਾਂਜੀ। ਠੀਕ ਹੋ ਗਿਆ ਬਜ਼ੁਰਗੋ। ਚਲੋ ਜੀ, ਤੁਹਾਡੀ ਬੜਾ ਵਧੀਆ ਮਿਹਰਬਾਨੀ। ਲੱਗਿਆ ਹੋਰ ਕੋਈ ਤੁਹਾਡੀ ਕੀ ਸੇਵਾ ਕਰੀਏ ਫਿਰ। ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।